जिस दिन core movement बनिया, जी, that was the time I was suicidal. And these words, movement, or sing, ये आप ही मेरे दिमाग च तो आंदे इसके. I was sexually assaulted when I was 5 years old by my adopted brother. Sorry. no, don't be sorry. Someone you trust, someone that's supposed to be family. That has affected me. And it wasn't just him. Like, I've had it with a lot of people that are in the family. Statistics is that sexual abuse is within families 80% of the time. So कोई stranger नहीं आके करूँगा. जेड़ा थोड़ा loved one या, they're the ones that are gonna do that. Because you're around them the most. ਆਪਣੇ ਬੱਚਿਆਂ ਨੂੰ ਕਿੰਨਾ ਕਹਿੰਦੇ ਆ, ਹੱਗ ਕਰੋ ਅੰਕਲ ਨੂੰ, ਹੱਗ ਕਰੋ ਜੇ ਆਂਟੀ ਨਹੀਂ ਨੂੰ. ਚਾਹੁੰਦੇ, don't force them. Right? Why are you doing? You do not know the reason they're saying no. ਸੈਕਸ਼ੂਅਲ ਅਬਿਊਜ਼ ਸਰਵਾਈਵਰਸ ਨੇ ਜਿਹੜੇ, ਜਾਂ ਡੋਮੈਸਟਿਕ ਵਾਇਲੈਂਸ ਦੇ ਜਿਹੜੇ ਸਰਵਾਈਵਰਸ ਨੇ, ਬਹੁਤ ਹੱਦ ਤੱਕ ਸਾਰੀ ਉਮਰ ਆਪਣੇ ਆਪ ਨੂੰ ਬਲੇਮ ਕਰਦੇ ਆ. ਮੈਂ 5 ਸਾਲ ਦੀ ਸੀ ਜਦੋਂ ਪਹਿਲੀ ਵਾਰੀ ਇਹੋ ਜਿਹਾ ਕੁਛ ਹੋਇਆ. ਮੇਰੇ ਤੋਂ ਸ਼ਾਇਦ 3 ਸਾਲ ਜਾਂ 4 ਸਾਲ ਵੱਡਾ ਮੁੰਡਾ ਸੀ. ਤੁਸੀਂ ਅੱਧੀ ਜ਼ਿੰਦਗੀ ਤਾਂ ਇਹੀ ਸੋਚ ਕੇ ਲਗਾ ਦਿੰਦੇ ਹੋ ਵੀ ਇਹ ਤੁਹਾਡੀ ਗਲਤੀ ਸੀ. ਆਪਾਂ ਕਹਿ ਦਿੰਦੇ ਵੀ ਤੇਰੀ ਇੱਜ਼ਤ ਲੁੱਟੀ ਗਈ. ਨਹੀਂ, ਮੇਰੀ ਇੱਜ਼ਤ ਕਿਉਂ ਲੁੱਟੀ ਗਈ? Words need to change. Right? The terminology needs to shift it needs to around change. it. ਜਿਹੜਾ ਇਨਸਾਨ ਇਹ ਗਲਤ ਕੰਮ ਕਰ ਰਿਹਾ ਹੈ, ਦਰਅਸਲ ਬਲੇਮ ਤਾਂ ਉਹਦਾ ਹੈ. ਹੁਣ ਕਈ ਜਾਣੇ ਮੈਨੂੰ ਪੇਜ ਦੇ ਉੱਤੇ ਮੈਸੇਜ ਕਰਦੇ ਹੁੰਦੇ ਆ, ਇਹ ਕੀ ਪ੍ਰੂਫ ਆ ਵੀ ਆਹ ਕੁੜੀ ਦਾ ਰੇਪ ਹੋਇਆ, ਜਾਂ ਕੀ ਪ੍ਰੂਫ ਆ ਉਹ ਕਿ ਹੁਣ ਵੀਡੀਓ ਰੱਖੇ ਆਪਣੇ ਸਾਹਮਣੇ ਜਦੋਂ ਹੁੰਦਾ ਹੈ ਕੁਛ. We got cases from a Granthi that was sexually assaulted 7 boys. I publicized that case. I exposed that Granthi on my platform. Boys, they go through sexual abuse. They're just told, oh, you just deal with it. You're not supposed to talk about your emotions. You can't cry. We get cases where men come forward and they'll be like, I just assaulted my wife. I beat her up yesterday. I feel very guilty. Please help me. I don't want to do that again. 80+% of my cases, the father used to be an abuser of that male. ਚਾਈਵਿਟੀ ਦਾ ਅੱਜ ਦਾ ਐਪੀਸੋਡ ਮੇਰੇ ਲਈ ਰਿਕਾਰਡ ਕਰਨਾ ਆਸਾਨ ਨਹੀਂ ਸੀ, ਤੇ ਹੋ ਸਕਦਾ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਲਈ ਇਸ ਨੂੰ ਦੇਖਣਾ ਜਾਂ ਸੁਣਨਾ ਵੀ ਬਹੁਤ ਮੁਸ਼ਕਿਲ ਹੋਵੇ. ਪਰ ਚਾਈਲਡ ਸੈਕਸ ਅਬਿਊਜ਼ ਯਾਨੀ ਬੱਚਿਆਂ ਦਾ ਜਿਨਸੀ ਸ਼ੋਸ਼ਣ, ਇਸ ਵਿਸ਼ੇ 'ਤੇ ਚਾਨਣਾ ਪਾਉਂਦੀ ਅੱਜ ਦੀ ਇਹ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਤੱਕ ਇਸ ਵਿਸ਼ੇ 'ਤੇ ਗੱਲਬਾਤ ਖੁੱਲ੍ਹ ਕੇ ਨਹੀਂ ਹੁੰਦੀ, ਉਦੋਂ ਤੱਕ ਉਹਨਾਂ ਲੋਕਾਂ ਨੂੰ ਸ਼ੈ ਮਿਲਦੀ ਰਹੇਗੀ ਜੋ ਬੱਚਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਹੈ. ਜਦੋਂ ਤੱਕ ਸ਼ਰਮਿੰਦਗੀ ਅਤੇ ਬਦਨਾਮੀ ਦਾ ਡਰ ਹਟਾਇਆ ਨਹੀਂ ਜਾਵੇਗਾ, ਉਦੋਂ ਤੱਕ ਸਾਡੇ ਬੱਚੇ ਸਫ਼ਰ ਕਰਦੇ ਰਹਿਣਗੇ. ਅੱਜ ਦੀ ਪੋਡਕਾਸਟ ਵਿੱਚ ਮੇਰੇ ਨਾਲ ਸ਼ਾਮਲ ਹੋਣਗੇ ਕੋਰ ਮੂਵਮੈਂਟ ਨਾਂ ਦੀ ਨਾਮੀ ਸੰਸਥਾ ਦੇ ਫਾਊਂਡਰ ਗੁਰਪ੍ਰੀਤ ਪਰਮਾਰ, ਜਿਨ੍ਹਾਂ ਨਾਲ ਹੋਏ ਸੈਕਸ਼ੂਅਲ ਅਬਿਊਜ਼ ਦੇ ਨਿੱਜੀ ਤਜਰਬੇ ਨੇ ਉਹਨਾਂ ਨੂੰ ਹੋਰਾਂ ਦੀ ਮਦਦ ਕਰਨ ਲਈ ਉਤਸ਼ਾਹਿਤ ਕੀਤਾ. ਮੈਂ, ਤੁਸੀਂ ਅਤੇ ਆਪਣੇ ਵਿੱਚੋਂ ਬਹੁਤ ਸਾਰੇ ਲੋਕ ਚੁੱਪ-ਚਾਪ ਖਾਮੋਸ਼ੀ ਨਾਲ ਕਈ ਸਾਲਾਂ ਤੋਂ ਅੰਦਰ ਹੀ ਅੰਦਰ ਇਸ ਪੀੜ ਨੂੰ ਲੁਕਾਉਂਦੇ ਆਏ ਹਾਂ. ਪਰ ਇਹ ਜਾਣਨਾ ਜ਼ਰੂਰੀ ਹੈ ਕਿ ਆਪਾਂ ਇਕੱਲੇ ਨਹੀਂ ਹਾਂ, ਅਤੇ ਹੀਲਿੰਗ ਔਖੀ ਹੋ ਸਕਦੀ ਹੈ ਪਰ ਨਾਮੁਮਕਿਨ ਨਹੀਂ. ਗੁਰਪ੍ਰੀਤ, ਕੀ ਹਾਲ ਚਾਲ? Great, how are you? ਮੈਂ ਠੀਕ ਹਾਂ. ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚਾਈਵਿਟੀ ਵਿੱਚ. Thank you for having me here today. ਇਟਸ ਅ ਪਲੈਜ਼ਰ. ਇਹ ਇੱਕ ਇਹੋ ਜਿਹੀ ਗੱਲਬਾਤ ਹੈ ਨਾ ਜਿਹਦੇ ਬਾਰੇ ਬੜੇ ਅਰਸੇ ਤੋਂ ਮੈਂ ਚਾਹੁੰਦੀ ਸੀ ਕਿ ਡਿਸਕਸ਼ਨ ਹੋਵੇ, ਪਰ ਮੌਕਾ ਨਹੀਂ ਸੀ ਮਿਲ ਰਿਹਾ. ਅਤੇ ਮੈਨੂੰ ਕਈ ਵਾਰੀ ਐਵੇਂ ਲੱਗਦਾ ਹੈ ਕਿ ਸ਼ਾਇਦ ਆਪਾਂ ਵੀ ਨਹੀਂ ਤਿਆਰ ਹੁੰਦੇ ਇਸ ਚੀਜ਼ ਬਾਰੇ ਗੱਲ ਕਰਨ ਦੇ, ਹੈ ਨਾ? Hard ਆ ਗੱਲ ਕਰਨ ਲਈ, It is. especially about this topic. Of course. Yeah. ਆਪਾਂ ਚਾਈਲਡ ਸੈਕਸ ਅਬਿਊਜ਼ 'ਤੇ ਅੱਜ ਫੋਕਸ ਕਰਨਾ, ਅਤੇ ਆਪਣੀ ਜਿਹੜੀ ਗੱਲਬਾਤ ਹੋਣੀ ਹੈ ਉਹ ਤੁਹਾਡੇ ਨਿੱਜੀ ਤਜਰਬਿਆਂ 'ਤੇ ਬੇਸਡ ਹੋਣੀ ਹੈ, ਜਿਹਦੇ ਵਿੱਚ ਹੋ ਸਕਦਾ ਕੋਈ ਇਹੋ ਜਿਹੀਆਂ ਗੱਲਾਂ ਵੀ ਹੋਣ ਜਿਹੜੀਆਂ ਮੈਂ ਕਦੇ ਸਾਂਝੀਆਂ ਨਹੀਂ ਕੀਤੀਆਂ ਪਹਿਲਾਂ ਆਡੀਅנਸ ਦੇ ਨਾਲ, ਉਹ ਵੀ ਸਾਂਝੀਆਂ ਕਰੀਏ. ਪਰ ਉਸ ਤੋਂ ਪਹਿਲਾਂ ਨਾ ਤੁਹਾਡੀ ਪਛਾਣ ਜਿਹੜੀ ਹੈ ਉਹ ਕੋਰ ਮੂਵਮੈਂਟ ਕਰਕੇ ਬਣੀ ਸੀ. ਹਾਂਜੀ, 2019 ਦੇ ਵਿੱਚ ਤੁਸੀਂ ਇਹ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਸੀ. ਜੋ ਮਕਸਦ ਲੈ ਕੇ ਉਦੋਂ ਚੱਲੇ ਸੀ, ਜੋ ਮਿਸ਼ਨ ਸੀ, ਉਹਦੇ ਵਿੱਚ ਇਹ 6 ਸਾਲਾਂ ਦੇ ਵਿੱਚ ਕਿੰਨਾ ਸਕਸੈਸਫੁਲ ਹੋ ਸਕੇ ਹੋ? ਮਿਸ਼ਨ ਤਾਂ ਉਸ ਟਾਈਮ ਹੈ ਹੀ ਨਹੀਂ ਸੀਗਾ. ਮੇਰਾ ਇਹ ਸੀਗਾ ਵੀ ਮੈਂ ਆਪਣੇ ਹੀਲਿੰਗ ਲਈ ਕੀਤਾ ਸੀਗਾ, ਲੋਕਾਂ ਦੇ ਨਾਲ ਕਨੈਕਟ ਕਰਨ ਲਈ ਕੀਤਾ ਸੀਗਾ. ਇਟ ਵਾਜ਼ ਮੋਰ ਫॉर ਮਾਈ ਹੀਲਿੰਗ. ਇਟ ਵਾਜ਼ ਮੋਰ ਫॉर I don't want to die. I felt like I was gonna kill myself. That was the reality at that time. And yeah, so when I started it, it was just for me and just seeing if I have a second chance for myself or not. Yeah. ਕਲੈਕਟਿਵ ਹੀਲਿੰਗ ਦੇ ਵਿੱਚ ਨਾ ਇੱਕ ਪਾਵਰ ਹੁੰਦੀ ਆ. ਮੈਨੂੰ ਇਸ ਚੀਜ਼ ਦਾ ਅਹਿਸਾਸ ਪੋਡਕਾਸਟ ਸ਼ੁਰੂ ਕਰਨ ਤੋਂ ਬਾਅਦ ਹੋਇਆ. So I did not think I was going to cry that fast. That's okay. Yeah. That's okay. Okay. And this is a safe space. Yeah. So
I'm good. It's a lot we're gonna unpack today, so it's I think okay to it's- cry. I think it's the fact that I know I'm going to be sharing a lot and I course. haven't before anywhere publicly. Maybe just a little bit, just saying like, oh yeah, I went through this, but never done really details. So maybe that's why I'm kind of nervous. But That's yeah. okay. Don't be nervous. ਔਰ ਮੈਂ ਆਡੀਅנס ਨੂੰ ਵੀ ਦੱਸ ਦੇਣਾ ਚਾਹੁੰਦੀ ਹਾਂ ਕਿ ਜਿਹੜੀਆਂ ਚੀਜ਼ਾਂ ਦੇ ਬਾਰੇ ਅਸੀਂ ਅੱਜ ਗੱਲ ਕਰਨ ਲੱਗੇ ਹਾਂ, ਜੇ ਕਿਤੇ ਉਹ ਚੀਜ਼ਾਂ ਉਹਨਾਂ ਨੂੰ ਅਨਕੰਫਰਟੇਬਲ ਕਰਦੀਆਂ ਨੇ ਤਾਂ ਪਲੀਜ਼ ਨਾ ਦੇਖੋ, ਕਿਉਂਕਿ ਚਾਈਲਡ ਸੈਕਸ ਅਬਿਊਜ਼ ਹਰੇਕ ਵਾਸਤੇ ਸੌਖਾ ਨਹੀਂਗਾ ਇਸ ਟੌਪਿਕ ਬਾਰੇ ਸੁਣਨਾ, ਦੇਖਣਾ। ਅਤੇ ਦੂਜੀ ਗੱਲ ਇਹ ਕਿ ਅਕਸਰ ਜ਼ੁਬਾਨ ਨੂੰ ਲੈ ਕੇ ਨਾ ਆਪਾਂ ਬਹੁਤ ਸੈਂਸਿਟਿਵ ਆ, Yeah. ਹੈ ਨਾ, ਔਰ ਹੋਣਾ ਵੀ ਚਾਹੀਦਾ Yeah. ਕਿਉਂਕਿ ਸਾਨੂੰ ਇਸ ਗੱਲ 'ਤੇ ਮਾਣ ਹੈ ਕਿ ਅਸੀਂ ਪੰਜਾਬੀ ਹਾਂ। ਮੈਂ ਇੱਥੇ ਕੈਨੇਡਾ ਦੇ ਵਿੱਚ 28 ਸਾਲਾਂ ਤੋਂ ਰਹਿ ਰਹੀ ਹਾਂ। ਮੇਰੀ ਜ਼ੁਬਾਨ ਜਿਹੜੀ ਹੈ ਉਹਦੇ ਵਿੱਚ ਅੰਗਰੇਜ਼ੀ ਦਾ ਆਉਣਾ ਬਹੁਤ ਸੁਭਾਵਿਕ ਹੈ। ਸੋ ਮੇਰੀ ਜਿਹੜੀ ਭਾਸ਼ਾ ਹੈ ਉਹਦੇ ਵਿੱਚ ਹਿੰਦੀ ਵੀ ਹੈ, ਪੰਜਾਬੀ ਵੀ ਹੈ, ਅੰਗਰੇਜ਼ੀ ਵੀ ਹੈ, ਹੈ ਨਾ। ਤੁਸੀਂ ਇੱਥੋਂ ਦੇ ਜੰਮ ਲਓ ਅਤੇ ਜੇ ਸਾਡੀ ਗੱਲਬਾਤ ਦੇ ਵਿੱਚ ਇੰਗਲਿਸ਼ ਆ ਜਾਂਦੀ ਹੈ ਤਾਂ ਉਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਐਕਸੈਂਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ I get that often. ਜਾਂ ਅਸੀਂ ਪੰਜਾਬੀ ਤੋਂ ਦੂਰ ਜਾ ਰਹੇ ਹਾਂ। ਇਹਦਾ ਮਤਲਬ ਇਹ ਹੈ ਕਿ ਸਾਡੇ ਵਾਸਤੇ ਇਹੀ ਸੁਭਾਵਿਕ ਹੈ, ਦਿਸ ਇਜ਼ ਨੈਚੁਰਲ ਟੂ ਅਸ, ਹੈ ਨਾ। ਸੋ ਇਹ ਦੱਸ ਦੇਣਾ ਜ਼ਰੂਰੀ ਹੈ। ਪ੍ਰੀਤ, ਪਹਿਲਾਂ ਹਾਂ, ਕੋਰ ਮੂਵਮੈਂਟ ਦੀ ਜਿਹੜੀ ਹੀਲਿੰਗ ਦਾ ਤੁਸੀਂ ਕਿਹਾ ਨਾ, ਤੁਹਾਨੂੰ ਹੀਲ ਕਰਨ ਦੇ ਵਿੱਚ ਇਹ ਕਿੰਨੀ ਸਕਸੈਸਫੁਲ ਹੋ ਸਕੀ ਹੈ? ਕਿਉਂਕਿ ਤੁਸੀਂ ਕਿਹਾ ਕਿ ਇਹ ਤੁਹਾਡੇ ਵਾਸਤੇ ਸੀ, ਤੁਸੀਂ ਲੋਕਾਂ ਵਾਸਤੇ ਨਹੀਂ ਸੀ ਸ਼ੁਰੂ ਕੀਤੀ। ਦਰਅਸਲ ਤੁਸੀਂ ਆਪਣੇ ਆਪ ਨੂੰ ਹੀਲ ਕਰਨਾ ਚਾਹੁੰਦੇ ਸੀਗੇ। So I'm alive. I'm here today. So I feel like it did a lot for me. The movement itself, mere liye bahut maine rakh diya. I'm here because of it. I'm alive because of it. And then that's why I say to this mission I give my life, because this is my second life for me. So it's done wonders. It saved my life. It's saving other people's lives, but it also saved my life. how did it save your life? I was very close to committing suicide the day that I started it, which was February the 21st at nighttime, 22nd maybe, yeah. So the day I started it, I was very not mentally okay. I was all over the place. I was very like, I'm not being heard, even though there are people there that were hearing me. So but I just still felt alone. And that's one of the things. The second thing was, I don't know how to explain that day. I went from a very vulnerable, scared, shy type of person at that time to all of a sudden strength aa gayi. All of a sudden koi dar nahi. All of a sudden it was just gone. And main kendi hunni bhi maybe it was a mental breakdown, maybe it was a spiritual thing, I don't know. But us din menu when I share this one quote, right? When I kneeled down in front of God, God stood up for me. When God stood up for me, I realized nobody can stand against me. I feel like that day, maybe it was a presence, maybe it was a feeling of some sort. Maybe it was the dreams I was having, like my Go coming in the picture. I don't know why. I wasn't very educated in the sick aspect of everything. Like I knew about her, didn't know what was happening. I was hearing things. I was hearing a lot of things. I was like, okay, clearly I'm having a mental breakdown. ਪਰ ਮੈਂਟਲ ਹੈਲਥ ਇਸ਼ੂਜ਼ ਤੁਹਾਡੀ ਜ਼ਿੰਦਗੀ ਦਾ ਹਿੱਸਾ ਰਹੇ ਨੇ No. ਕਿ ਪਹਿਲੀ ਵਾਰੀ ਤੁਹਾਡੇ ਨਾਲ ਹੋਇਆ ਸੀ? ਪਹਿਲੀ ਵਾਰੀ. So that's why I was more of a shock. ਸੋ ਇਹ ਕਿੰਨਾ ਸਮਾਂ ਚੱਲਿਆ ਇਹ ਪੀਰੀਅਡ ਜਦੋਂ ਤੁਸੀਂ ਇਕੱਲੇ ਫੀਲ ਕਰ ਰਹੇ ਹੋ, ਜਦੋਂ ਤੁਸੀਂ ਸੁਸਾਈਡਲ ਫੀਲ ਕਰ ਰਹੇ ਹੋ, ਜਦੋਂ ਤੁਹਾਨੂੰ ਇਹ ਖਿਆਲ ਆ ਰਿਹਾ ਕਿ ਮੇਰੀ ਜ਼ਿੰਦਗੀ ਦਾ ਕੋਈ ਮਾਇਨਾ ਨਹੀਂ ਹੈ? I think about 4 to 5 months, because I ran away to Toronto. So I felt like that time I wasn't right as well. I think audience ਨੂੰ context ਦੇਣਾ ਬੜਾ ਜ਼ਰੂਰੀ ਹੈ। Yeah. ਕਿ why did you run away to Toronto? I started the page. Nobody knew about it. I was anonymous. Even like family members, they would talk about the page around me, but they had no idea I was the core movement. I was very anonymous. Didn't show my identity. And ਜਦੋਂ ਫਿਰ ਮੈਂ ਸ਼ੁਰੂ ਕੀਤਾ ਇਸਕਾ ਉਦੋਂ ਬਹੁਤ ਜ਼ਿਆਦਾ ਕੇਸਿਸ ਮੇਰੇ ਕੋਲ ਆਉਣ ਲੱਗ ਗਏ ਇਸਕੇ। ਜਾਂ ਮੇਰੇ ਕੋਲ ਸੋਸ਼ਲ ਵਰਕ ਦਾ ਬੈਕਗਰਾਊਂਡ ਹੈਗਾ ਆ, ਜਾਂ ਲਾਈਕ ਮੈਂ ਡਗਲਸ ਕਾਲਜ ਤੋਂ ਗ੍ਰੈਜੂਏਟ ਹੋਈ ਹਾਂ, ਐਂਡ ਆਲ ਆਫ ਦੈਟ, ਲਾਈਕ ਕਾਉਂਸਲਿੰਗ ਦਾ ਟਰਾਮਾ ਵਿਕਟਮਸ ਨਾਲ ਡੀਲ ਕਰਨਾ, it was my work, right? But it was just, I don't know, it was something that I was like, why is this happening where I can't
take care of the messages coming to me. So when I started the page, जी post कर लिया इसका उधर ना hush hush सगा core movement तो है ही नहीं सगा. ओह अच्छा Yeah, it was just hush hush. Okay. And then जिस दिन core movement बनिया, जी that was the time I was suicidal. And these words, movement, core, sing, ये आप ही मेरे दिमाग चो तो आंदे इसके. I didn't make the core movement on my own, I feel like. It was something that was just given to me that day. Like, I wasn't thinking core, sing, movement, all these words. It was hush hush. Just in my mental breakdown, hundas kind of was very suicidal. And I tested. But kende nahi ke bhi kei bari God nu test kari da or something. I don't know what I was doing that day, to be honest. I sat there and I was crying. I was with my dog. Her name is Gigi. And I was just crying and crying and she's licking my face. And then I was just talking to myself out loud. And मैं उदो कहंदी सीगी भी आहा movement ਇੰਨੀ ਤੁਸੀਂ ਵੱਡੀ ਬਣਾ ਦਿਓ that it helps so many people. And it helps me too. ਪਰ ਜਿਹੜੇ ਮੈਂ ਲਫ਼ਜ਼ ਬੋਲਦੀ ਸੀ movement, I don't know why I was saying them. They were just coming in my mind at that time. right And I don't know if anybody's going to believe this, but this is what happened to me at that time. I don't believe it myself. Sometimes I question what happened that day. I said out loud, I was like, God, mainu koi sign de do, be to continue this, or should I just kill myself? Like, these were things I was saying to myself. oh wow I started like walking towards my living room, and our Guruji's pictures are there. Beside it, I see Mai Pago, and we don't have a Mai Pago picture. but there's a vision of There's a vision, and it was like something like a horse, and then I'm hearing drums. Now that I look back, it was garbage day, and I'm assuming it was the garbage drums, or maybe it was drums that I heard. Like, it was like a marching type of vibe. ਤੇ ਇਕੱਲੇ ਹੋ ਕਰੇ ਤੁਸੀਂ Kalle ਇਸ sige ਵੇਲੇ us then. Yeah. And then I'm like, okay, clearly something's wrong with me. Mainu kuch hoya ya. And I'm just gonna go to the Gurdwara, Right. matha take, and then go to the doctor. Because something's wrong. Right. Because I'm thinking the schooling, what I've been taught, right? Like, this is not Normal. Like, Yeah. this, what I'm acting like is not normal. right And then I went and matha teked at the Gurdwara. The energy was just so unreal. So when I say that quote, when I kneel down in front of God, that was because when I matha teked, I felt a presence on me. Like, okay, you're protected. So that's why whenever I'm dealing with cases or something, I'll just post that randomly on my page. And that's just me showing like I'm protected and the truth is all that matters and God has my side. right But I don't know if it's God. I don't know if it's something else. I don't know because I'm not I'm not religious. right So my family is. I have that background and I'm a Sikh background, right? Then that's when I started like going into it deeper, where I connected with Amritpal Singh Mero in India, and he told me the spiritual side of it. When I go to the doctors, they say it's anxiety. It's like, you're just having like a mental breakdown. You just need to rest. You need counseling. Then there's that side of it. right And then there's the side that people say you're crazy. And then there's a side that says you connected to a higher power or something. ਜਦੋਂ ਹਸ਼ ਹਸ਼ ਸ਼ੁਰੂ ਹੋਇਆ ਸੀ ਪਹਿਲੀ ਚੀਜ਼ ਕੀ ਪੋਸਟ ਕੀਤੀ ਸੀ ਉਹਦੇ ਤੇ A post of a Gurdwara story that came to me. A girl that came forward. ਤੇ ਇਹ ਤੁਹਾਡੇ ਕੋਲ ਕਿਉਂ ਆਈ ਪਤਾ ਨਹੀਂ ਪਤਾ ਮੈਨੂੰ ਕਾਤੇ ਆਈ ਮੇਰੇ DMs ਦੇ ਵਿੱਚ ਆਈ. So that was my first case. ਸੋ ਕੀ ਸਟੋਰੀ ਸੀ She was sexually assaulted at the Gurdwara when she was age 13, 14 or 15. I don't recall now, and then I was not well either. So I'm like, I'm going to go to the Gurdwara and I'm going to deal with this. Ahakate itte hoya, kidda itte hoya, right? This was the room. Why did this happen? So I was very active in the sense of koi bhi meko case aave, main bahut personally ਲੈ ਲੈਂਦੀ ਸੀਗੀ. ਇਹਦਾ ਤੁਹਾਡੇ ਸੋਸ਼ਲ ਵਰਕਰ ਹੋਣ ਦੇ ਨਾਲ ਵੀ ਕੋਈ ਰਿਲੇਸ਼ਨ ਹੈ ਕਿਉਂਕਿ ਤੁਸੀਂ ਸੋਸ਼ਲ ਵਰਕ ਕਰਦੇ ਸੀ ਹਾਂਜੀ ਮੈਂ ਪਹਿਲਾਂ That's why. so I've worked with homeless shelters. ਕਿਉਂਕਿ I've worked ਕਿਸੇ with ਰੈਂਡਮ ਪਰਸਨ ਨੂੰ ਤਾਂ ਕੋਈ ਮੈਸੇਜ ਨਹੀਂ ਕਰੂਗਾ No. ਇਟਸ ਬਿਕਾਜ਼ ਯੂ ਵਰ ਆਲਰੇਡੀ Oh no, page ਦੇ ਉੱਤੇ. So ਜਦੋਂ ਮੈਂ page ਸ਼ੁਰੂ ਕੀਤਾ, right, ਉਦੋਂ following ਤਾਂ ਕੁਛ ਵੀ ਨਹੀਂ ਸੀਗੀ, ਪਰ someone anonymous reached out to me and shared they're like, oh ਤੁਸੀਂ ਆ page ਸ਼ੁਰੂ ਕੀਤਾ ਆ, ਮੇਰੇ ਨਾਲ ਵੀ ਕੁਛ ਹੋਇਆ ਆ. Interesting. And then it just kept going and I just kept getting DMs. And ਕਿਸੇ ਨੇ ਫਿਰ page share ਕਰ ਦਿੱਤਾ ਵੀ this is needed, and then more people started coming. And ਉਦੋਂ ਤਾਂ ਇਦਾਂ ਹੀ ਸੀਗਾ, ਮੈਂ ਤਾਂ ਆਪਣੇ healing ਲਈ ਕਰਦੀ ਸੀਗੀ, and at that time ਮੈਨੂੰ ਲੱਗਿਆ ਸੀ ਮੈਂ ਇਕੱਲੀ ਆ. Nobody's gone through what I've gone through. Right. Even though I'm in that background of social work, ਪਰ ਮੈਨੂੰ ਲੱਗਿਆ ਵੀ ਕੋਈ ਜਨ I don't know, right? Yeah. ਫਿਰ ਮੈਂ volunteers ਸ਼ੁਰੂ ਕਰ ਦਿੱਤੇ. ਫਿਰ I started doing this. But in between of all that, ਜਿਹੜੇ ਮੈਨੂੰ cases ਮਿਲ ਰਹੇ ਸੀਗੇ,
videos of rape, videos of abuse, photos, pictures. ਕਿੰਨਾ ਕੁਛ ਮੇਰੇ ਦਿਮਾਗ ਦੇ ਵਿੱਚ ਉਸ ਟਾਈਮ ਚੱਲਦਾ ਸੀਗਾ, ਕਿੰਨੇ ਕੇਸਿਸ ਆਈ ਜਾਂਦੇ ਸੀ ਕਿ ਮੇਰਾ ਇਹ ਗੋਲ ਹੀ ਨਹੀਂ ਸੀਗਾ, ਮੇਰਾ ਤਾਂ ਗੋਲ ਸੀਗਾ ਮੈਂ ਆਪਣੇ ਆਪ ਨੂੰ ਹੀਲ ਕਰਾਂ, ਰਾਈਟ ਐਂਡ ਜਿਹੜਾ ਇਨਸਾਨ ਹਾਲੇ ਆਪ ਨਹੀਂ ਨਾ ਹੀਲ ਹੋਇਆ, ਯਾ ਉਹ ਦੂਜਿਆਂ ਦੀ ਮਦਦ ਕਰ ਵੀ ਨਹੀਂ ਸਕਦਾ। No, I was very not well. ਕਿਉਂਕਿ be really honest. I can only imagine ਕਿ ਉਸ ਚੀਜ਼ ਦਾ ਤੁਹਾਡੇ ਉੱਤੇ ਕੀ ਅਸਰ ਹੋਊਗਾ ਜਦੋਂ ਤੁਸੀਂ ਹਾਲੇ ਆਪਣਾ ਧਿਆਨ ਹੀ ਨਹੀਂ ਰੱਖ ਪਾਏ। ਆਪਣਾ ਜਿਹੜਾ ਉਹ ਹਿੱਸਾ ਸੀ ਉਹਨੂੰ ਹੀਲ ਨਹੀਂ ਕਰ ਪਾਏ। ਮੈਂ ਤਾਂ ਅੱਧੀ ਰਾਤ ਨੂੰ ਚੱਲ ਜਾਂਦੀ ਸੀ ਕਿ ਮੈਨੂੰ 2 ਵਜੇ ਮੈਸੇਜ ਆ ਜਾਵੇ ਵੀ I'm in a situation. I had one situation from Abby, Abbotsford, and ਉੱਥੇ ਕੁੜੀ ਕਹਿੰਦੀ ਸੀ ਕਿ ਮੇਰੇ ਮਾਮੇ ਨੇ ਮੈਨੂੰ ਹੁਣੀ ਹੱਥ ਲਾਇਆ and I feel bad, and she was like 16. That's underage, right? So the police have to be involved. Of course. I just started driving to the house. I knocked on the door and I took her from there. And she came with me. She felt safe. I was like, it's my responsibility. Obviously, now I think back, it has to be a different protocol. But at that time, I was taking everything so personally. ਜਦੋਂ ਅਸੀਂ ਤੁਹਾਡੇ ਹੀਲ ਹੋਣ ਦੀ ਗੱਲ ਕਰਦੇ ਹਾਂ, ਤੁਸੀਂ ਇਹਦੇ ਬਾਰੇ 1-2 ਪਲੇਟਫਾਰਮਸ ਤੇ ਪਹਿਲਾਂ ਵੀ ਜ਼ਿਕਰ ਕੀਤਾ ਬਰੀਫਲੀ। ਕਿਹੜੇ ਹਿੱਸੇ ਨੇ ਜਿਨ੍ਹਾਂ ਨੂੰ ਹੀਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤੁਸੀਂ? The anxiety, the nightmares, ਕਈ ਵਾਰੀ ਆਉਣ ਲੱਗ ਜਾਂਦੇ ਸੀਗੇ। ਪਰ ਕਿਉਂ ਆਉਣ ਲੱਗ ਜਾਂਦੇ ਸੀ? ਉਹਦੇ ਪਿੱਛੇ ਕੀ ਕਾਰਨ ਸੀ? Just my past. I was sexually assaulted when I was 5 years old by my adopted brother. Yeah. Sorry. No, don't be sorry. Someone you trust, someone that's supposed to be family. Yeah. 5 years old. Yeah, and it's like, how did I even remember that is the weird thing to me, because 14, 15, 16 age, like, it was okay or whatever. But when I got older is when I realized, like, that has affected me. And it wasn't just him. Like, I've had it with a lot of people that are in the family. Like, it wasn't just India vi mein gayi. I went to a gurdwara and a gyani touched me when I was young, like I think 10, 15 years old or something. I don't even remember now. And I went to a family function in New York. And funny thing is, I was introduced to him as he's my brother or my cousin. And then I was sexually assaulted by him. Molestation, bad, like, you know, like just touching, or slept in a room and he all of a sudden was on top of me. And that incident reminded me of when I was 5. Of course. Because at that time I was only 5 and my adopted brother was on top of me. Luckily, I was so lucky that my parents walked in and they took him off and did a whole thing, sent him to India. Like, it was just, yeah. But the reality is, yeah, they did what they could at that time, but they still brought him back into my life again, right? They just assumed I never knew that happened to me. So he was still brought back to the same house. Yeah. Even though they knew he did that to me. ਜਿਹੜੀ 5 ਸਾਲ ਦੀ ਪ੍ਰੀਤ ਦੇ ਨਾਲ, and it's not easy to revisit it, ਕਿਉਂਕਿ ਉਹ ਚੀਜ਼ਾਂ ਜਿੰਨੀਆਂ ਵੀ ਹੀਲ ਹੋ ਚੁੱਕੀਆਂ ਹੋਣ, ਉਹਨਾਂ ਬਾਰੇ ਗੱਲ ਕਰਨੀ ਕਈ ਵਾਰੀ ਨਾ ਉਹਨਾਂ ਜ਼ਖਮਾਂ ਨੂੰ ਦੁਬਾਰਾ ਕੁਰੇਦ ਦਿੰਦੀ ਹੈ, ਕਈ ਵਾਰੀ ਕੀ ਕੁਰੇਦ ਹੀ ਦਿੰਦੀ ਹੈ। It's like, ਉਹਦੇ ਉੱਤੇ ਰੱਖੜੀ ਵੀ ਮੈਂ every year ਬੰਨਣੀ, after even that, even when you know that, and then I'm tying ਰੱਖੜੀ on you. Another person in the family that assaulted me a few times at family functions just touched me. They're like, oh, not like your blood. Because in my family, we're just family friends with everyone. We don't really have that much blood. So he just said, oh, like, you're not like your blood. It doesn't really matter if I did that to you. ਬੱਚੇ ਨਿੱਕੇ ਬੱਚੇ ਜਿਹੜੇ ਹੁੰਦੇ ਆ ਭੋਲੇ ਹੁੰਦੇ ਆ, ਤੇ ਉਹਨਾਂ ਨੂੰ ਫੁਸਲਾ ਲੈਣਾ ਬਹੁਤ ਸੌਖਾ ਹੈ ਬੱਚਿਆਂ ਨੂੰ, ਕਿਉਂਕਿ ਤੁਹਾਨੂੰ ਇਹ ਦੱਸਿਆ ਜਾਂਦਾ ਹੈ ਆਪਣੇ ਪਰਿਵਾਰਾਂ ਦੇ ਵਿੱਚ ਕਿ ਤੁਸੀਂ ਆਪਣੇ ਘਰ ਦੇ ਵਿੱਚ ਸੇਫ ਹੋ। ਭਾਵੇਂ ਬੋਲ ਕੇ ਨਾ ਦੱਸਿਆ ਜਾਂਦਾ ਹੋਵੇ, ਇੱਕ ਬੱਚਾ ਆਪਣੇ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਸੇਫ ਮਹਿਸੂਸ ਕਰਦਾ। ਜਿਹੜੇ ਲੋਕਾਂ ਦੇ ਨਾਲ ਉਹਦੇ ਪੇਰੈਂਟਸ ਮਿਲ ਰਹੇ ਨੇ, ਉਹ ਘਰੇ ਆ ਰਹੇ ਨੇ, ਉਹਨਾਂ ਨੂੰ ਤੁਸੀਂ ਸਭ ਤੋਂ ਜ਼ਿਆਦਾ ਟਰਸਟ ਕਰਦੇ ਹੋ, ਕਿਉਂਕਿ ਤੁਸੀਂ ਆਪਣੇ ਦਰਵਾਜ਼ੇ ਉਹਨਾਂ ਵਾਸਤੇ ਖੋਲ੍ਹੇ ਆ, ਤੁਸੀਂ ਆਪਣੇ ਬੱਚੇ ਉਹਨਾਂ ਕੋਲ ਭੇਜ ਰਹੇ ਹੋ।
Statistics is that sexual abuse is within families 80% of the time, 80 to 90%. So koi stranger nahi aake karuga. Jehda thoda loved one ya, they're the ones that are going to do that because you're around them the most. ਪ੍ਰੀਤ ਜਦੋਂ 5 ਸਾਲ ਦੇ ਤੁਸੀਂ ਸੀ ਤੇ ਉਸ ਲੜਕੇ ਨੇ ਤੁਹਾਡੇ ਨਾਲ ਜੋ ਕੁਝ ਕੀਤਾ ਉਹ ਪਹਿਲੀ ਵਾਰੀ ਕੀਤਾ ਸੀ ਜਦੋਂ ਤੁਹਾਡੇ ਪੇਰੈਂਟਸ ਨੇ ਦੇਖਿਆ ਜਾਂ ਉਸ ਤੋਂ ਪਹਿਲਾਂ ਵੀ ਹੋ ਰਿਹਾ ਸੀ? That's the only one I remember. Yeah, so I think that was the only one. You know, it's interesting ਕਿਉਂਕਿ trauma response ਹੈ ਨਾ ਜਿਹੜਾ ਇੱਕ coping mechanism ਹੈ, and I'm sure you know that. ਇਸ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਟਰਾਮਾਟਾਈਜ਼ ਕਰ ਦਿੰਦੀਆਂ ਨੇ ਜ਼ਿੰਦਗੀ ਦੇ ਵਿੱਚ ਤੁਸੀਂ ਉਹ ਆਪਣੀ ਮੈਮਰੀ ਚੋਂ ਇਰੇਜ਼ ਕਰ ਦਿੰਦੇ ਹੋ. Yeah. But problem ਇਹ ਸੀਗੀ ਵੀ ਉਹਨ ਕੀਤਾ ਫਿਰ ਉਹਨੂੰ ਇੰਡੀਆ ਭੇਜ ਦਿੱਤਾ. So he had that resentment towards me that ਇਹਦੇ ਕਰਕੇ ਮੈਨੂੰ ਕਿੰਨੇ ਸਾਲ ਦਾ ਸੀ ਉਦੋਂ? He was probably 17, 18. ਸੋ 17 ਸਾਲ ਦਾ ਮੁੰਡਾ Yeah. 5 ਸਾਲ ਦੇ ਬੱਚੇ ਨੂੰ ਮੋਲੈਸਟ ਕਰ ਰਿਹਾ Yeah. ਉਹਦੇ ਘਰ ਦੇ ਵਿੱਚ, Yeah. ਜੋ ਉਹਦੀ ਭੈਣ ਹੈ Yeah. ਟੈਕਨੀਕਲੀ. Yeah. Yeah. Adopted brother ਮਾਸੀ ਦਾ ਮੁੰਡਾ. Yeah. ਇਹਦੇ ਬਾਰੇ ਕਦੇ ਘਰ ਦੇ ਵਿੱਚ ਗੱਲ ਹੋਈ? ਹੋਈ ਜਦੋਂ ਮੈਂ ਨਹੀਂ ਸੀਗੀ ਜਾਂ ਗੈਸ ਫੈਮਿਲੀ ਮੀਟਿੰਗ ਹੋਈ ਸੀਗੀ ਉਹਨਾਂ ਦੇ ਨਾਲ. ਮਾਈ ਪੇਰੈਂਟਸ ਆਰ ਵੈਰੀ ਅਪਸੈਟ ਵੀ ਅਸੀਂ ਤਾਂ ਤੈਨੂੰ ਹੈਲਪ ਕੀਤਾ ਘਰੇ. ਮਾਈ ਪੇਰੈਂਟਸ ਆਰ ਵੈਰੀ ਨਾਈਸ. ਯੂ ਨੋ ਵਨ ਯੂ ਆਰ ਓਵਰਲੀ ਨਾਈਸ you get like ਕਿਸੇ ਨੂੰ ਨਾ ਨਹੀਂ ਕਹਿਣੀ. everyone's welcome into the house. Everyone is family. Everyone is like ਜਿਹਨੂੰ ਵੀ help ਚਾਹੀਦੀ ਅਸੀਂ help ਕਰੂੰਗੇ. Maybe that's why I get this helping thing because of my dad especially. ਪਰ ਜਦੋਂ ਉਹਨੂੰ ਇੰਡੀਆ ਭੇਜ ਦਿੱਤਾ ਵਾਪਸ ਆਏ, the amount of torture he made me go through. ਕਦੋਂ ਵਾਪਸ ਆਇਆ? ਕਿੰਨੇ ਸਾਲਾਂ ਬਾਅਦ? I think he was like 2 years, a year later or something. Bus? Yeah, pata kate, because when you're adopted, you can only stay in a different country for a short period of time if you're underage. So he came back very fast. So ਤੁਸੀਂ 6 ਸਾਲ ਦੇ ਸੀ ਜਦੋਂ ਵਾਪਸ ਆ ਗਿਆ? Yeah. I was like 6 or 7. But at that time I didn't know anything, so he's back to being my brother, right? And then just little things like khan nahi dena. I was a vegetarian. Minu ek wari meat khila detta, or like I used to go to Khalsa school, so I was religious. I was learning about Sikhi. I was learning about Sikhi and all of that. So he was doing things that were really messed up and making like really, really messed up that I don't even want to get into, to be honest. But nothing where he sexually assaulted me again, but just had so much hate towards me that he would just do things that would mess with me emotionally, mentally. ਉਸ ਬੱਚੀ ਦੇ ਕੀ ਕੁਝ ਗੁਜ਼ਰ ਰਹੀ ਹੋਣੀ ਹੈ ਨਾ, ਕਿਉਂਕਿ ਤੁਸੀਂ ਹਿੰਮਤ ਸੀ ਕਦੇ ਪੇਰੈਂਟਸ ਦੇ ਨਾਲ ਇਸ ਬਾਰੇ ਗੱਲ ਕਰਨ ਦੀ? ਅੱਛਾ, ਜੋ ਕੁਝ ਹੋ ਰਿਹਾ ਹੁੰਦਾ ਨਾ, ਮੈਨੂੰ ਤਾਂ ਐਂ ਲੱਗਦਾ ਵੀ ਨਿੱਕੇ ਬੱਚੇ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਇਹ ਸਹੀ ਹੈ ਕਿ ਗਲਤ ਹੈ ਉਸ ਟਾਈਮ ਨਹੀਂ ਪਤਾ ਸੀਗਾ, ਹੈ ਨਾ? ਸੋ ਤੁਹਾਨੂੰ ਇਹ ਤਾਂ ਹਾਈਂਡਸਾਈਟ ਦੇ ਵਿੱਚ ਤੁਸੀਂ ਪਿੱਛੇ ਦੇਖਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਵੀ ਉਹ ਸਭ ਕੁਝ ਗਲਤ ਸੀ. One time I think I went to high school and I came late by 10 minutes or something. My parents weren't home and he's usually our babysitter. So I think my mom was home or something. But on menu bar thand de vich khada ditta for like I think like 5 hours with rain on me. And my mom wasn't aware. Obviously if she was, she would have said something. But just because I was 5 minutes late. So it was like a little like weird type of torture that he would do. It was very interesting. He was Amritari. So after he went to India, he cut his hair and everything. Now he's Amritari. And I'm just like, he has daughters of his own and whatnot. Never got an apology from him. But he apologized to my parents about what happened and what he did to me. My parents don't have any contact with him. They've cut him out. They're just like, why did we want to protect him when you're our daughter and we should have protected you? They tried their best in every aspect. I can't say that. They've always supported me. But yes, they have put me in situations where we would go to family friend functions. In New York, jadon main gayi, they went like traveling like around, right? I was tired, so I wanted to sleep. And I went to sleep. They assume that the person that's there, which is 2 other kids and the son, they're normal kids. They're not going to do anything to my daughter. But guess what? He jumped onto my bed. He touched me. He had a knife and like, so many things. And I'm just like fighting. And every time I realized if someone was touching me, even like him, the Granthi or the other person, like I've always fought it off, or I went numb or just very like stiff.
But that's your body's response. That was my That's a trauma response. response. And it's like, even now that I think of it, like when I started the core movement, actually someone tried to do something when they knew I just started the core movement. And even then I was like, I'm such a strong person. And I still went numb at that time. Something physical to you? Yeah, physically like touch me in an office because I went to his office. Actually, they're in jail now. It's a well-known business and pile business but he's in jail now for it because he got put in jail because of sexual assault being a fake Lyft driver. So I publicly exposed him on my platform as well, and I'm glad he's in jail and whatnot. But coincidentally, I had to go through it again while I have just started the movement where the page was just 1 month in. ਪਰ ਨਾ ਕਿਹਾ ਜਾਂਦਾ ਹੈ ਔਰ ਐਕਸਪਰਟਸ ਦਾ ਇਹ ਕਹਿਣਾ ਹੈ ਕਿ ਤੁਹਾਡੀ ਬਾਡੀ ਤੇ ਤੁਹਾਡਾ ਦਿਮਾਗ ਉਹ ਟਰਾਮਾ ਰਿਸਪੌਂਸ ਯਾਦ ਰੱਖਦਾ। Yeah. ਸੋ ਜਦੋਂ ਕੋਈ ਇਹੋ ਜਿਹਾ ਇਨਸੀਡੈਂਟ ਦੁਬਾਰਾ ਤੁਹਾਡੀ ਜ਼ਿੰਦਗੀ ਦੇ ਵਿੱਚ ਹੁੰਦਾ, ਜਦੋਂ ਤੁਹਾਨੂੰ ਐਂ ਲੱਗਦਾ ਕਿ ਤੁਸੀਂ ਖਤਰੇ ਦੇ ਵਿੱਚ ਹੋ, ਤਾਂ ਤੁਹਾਡਾ ਰਿਸਪੌਂਸ ਉਹੀ ਹੋਏਗਾ ਜੋ ਉਦੋਂ ਸੀ, ਜੋ 5 ਸਾਲ ਦੀ ਬੱਚੀ ਦਾ ਰਿਸਪੌਂਸ ਸੀ। ਉਹੀ ਰਿਸਪੌਂਸ ਹੋਏਗਾ ਕਿਉਂਕਿ ਤੁਹਾਡਾ ਬ੍ਰੇਨ ਵੀ ਉਹੀ ਇਮੋਸ਼ਨਸ ਫੀਲ ਕਰ ਰਿਹਾ, ਤੁਹਾਡੀ ਬਾਡੀ ਬਿਲਕੁਲ ਉਹੀ ਚੀਜ਼ਾਂ ਦੁਬਾਰਾ ਮਹਿਸੂਸ ਕਰ ਰਹੀ ਹੈ। ਇਨਫੈਕਟ ਦੇ ਸੇ ਕਿ ਜੇ ਤੁਸੀਂ ਉਹਦੇ ਬਾਰੇ ਗੱਲ ਵੀ ਕਰਦੇ ਹੋ ਨਾ, ਤਾਂ ਤੁਸੀਂ ਉਹੀ ਇਮੋਸ਼ਨਸ ਤੇ ਉਹੀ ਕੈਮੀਕਲਸ ਤੁਹਾਡੀ ਬਾਡੀ ਦੇ ਵਿੱਚ ਤੁਸੀਂ ਮਹਿਸੂਸ ਕਰ ਰਹੇ ਹੁੰਦੇ ਹੋ। Yeah. But that one was a different one. So I did go numb or whatever, but that's when I just really reacted. I'm like, I'm done. I think everything just came into my brain. Like, Avi mere na hoya, why haven't I done anything for myself? Why do I freeze? So I ended up showing up at their building, their office. They had an immigration place. I showed up. I caused a scene. I told the family. I was like, your son's this. And like, this is what's happening. And this is what he's doing. And then I posted about it. And like 6-7 other women came forward regarding the same guy. And like, he was like trying to like blackmail them and say like, I'm going to get you deported because that's his company. So they have a lot of power in that sense, I guess. And the girls felt like they would get deported. I lost it. I can't even share what I did. I caused a scene. I showed up at his like, like I was like, this is it. I wanted the whole, like all of Surrey to know, if you do anything, we're going to get involved. Don't even think about the police. I'm going to have my own organization now. The police don't do anything half the time, right? They don't do it until you're red-handed, like, they're caught. There. Yeah. Caught. Like, so. ਔਰ ਉਹ ਕਦੇ ਹੁੰਦਾ ਨਹੀਂ। ਉਹ ਕਦੇ ਹੁੰਦਾ ਨਹੀਂਗਾ। ਇੱਕ ਜਿਹੜੀ ਆਪਣੇ ਘਰਾਂ ਦੇ ਵਿੱਚ ਮੈਨੂੰ ਐਂ ਲੱਗਦਾ ਹੈ ਕਿ ਇਹਨਾਂ ਲੋਕਾਂ ਨੂੰ ਸ਼ੈ ਇਸ ਲਈ ਮਿਲਦੀ ਹੈ ਕਿਉਂਕਿ ਆਪਾਂ ਇਹਦੇ ਬਾਰੇ ਗੱਲ ਨਹੀਂ ਕਰਦੇ। ਆਪਾਂ ਨੂੰ ਆਪਣੀ ਬਦਨਾਮੀ ਦਾ ਡਰ ਹੁੰਦਾ, ਆਪਾਂ ਨੂੰ ਸ਼ਰਮਿੰਦਗੀ ਦਾ ਡਰ ਹੁੰਦਾ, ਔਰ ਤੇਰਾ ਬਿਆਨ ਹੀ ਹੋਣਾ। ਹਾਂ, ਸੋ ਇਹ ਕੁੜੀ ਦੀ ਗਲਤੀ ਹੈ। ਯਾ ਕੁੜੀ ਦੀ ਗਲਤੀ ਹੈ। ਤੂੰ ਹੱਸੀ ਕਾਤੇ, ਤੂੰ ਕੱਪੜੇ ਕਿੱਦਾਂ ਦੇ ਉਦੋਂ ਪਾਏ, ਤੂੰ ਸ਼ਾਰਟਸ ਪਾਈ। ਮੈਂ ਰੀਸੈਂਟਲੀ ਇਨਫੈਕਟ ਪਾਰਕ ਦੇ ਵਿੱਚ ਸੀ ਤੇ ਉੱਥੇ ਫਿਊ ਜੈਂਟਲਮੈਨ ਵਾਕ ਕਰ ਰਹੇ ਨੇ, ਮੇਰੇ ਫਾਦਰ ਦੀ ਏਜ ਦੇ ਹੋਣੇ ਆ ਉਹ, ਤੇ ਉਹਨਾਂ ਦੀ ਉੱਚੀ ਉੱਚੀ ਗੱਲਬਾਤ ਹੋ ਰਹੀ ਹੈ ਵੀ ਕੁੜੀ ਰਹਿੰਦੀ ਹੈ ਬੇਸਮੈਂਟ ਦੇ ਵਿੱਚ ਤੇ ਕੱਪੜੇ ਇੰਨੇ ਖਰਾਬ ਪਾਉਂਦੀ ਹੈ ਉਹ, ਤੇ ਲੋਕਾਂ ਦਾ ਬਿਹੇਵੀਅਰ ਤਾਂ ਇਹੋ ਜਿਹਾ ਹੋਣਾ ਹੀ ਹੈ। ਐਂਡ ਆਮ ਥਿੰਕਿੰਗ ਕਿ ਕਦੋਂ ਆਪਾਂ ਮੁੰਡਿਆਂ ਨੂੰ ਸਿਖਾਵਾਂਗੇ ਕਿ ਕੁੜੀਆਂ ਨੂੰ ਕਿਸ ਤਰ੍ਹਾਂ ਟਰੀਟ ਕਰਨਾ ਹੈ, ਤੇ ਹਵਸ ਦਾ ਸ਼ਿਕਾਰ ਜਿਹੜਾ ਹੈ ਬਣਾਉਣ ਲਈ ਨਹੀਂ ਗੀਆਂ ਆਮ ਕੁੜੀਆਂ, ਖਾਸ ਕਰ ਜਿਹੜੇ ਮੁੰਡੇ ਬੱਚਿਆਂ ਨੂੰ ਟਾਰਗੇਟ ਕਰ ਰਹੇ ਨੇ। It's just there's so much going on. Like ਅਸੀਂ ਆਪਣੇ ਪੇਜ ਦੇ ਉੱਤੇ ਵੀ ਹੈ ਨਾ 5% ਸ਼ੋਅ ਕਰਦੇ ਹਾਂ, ਜੋ ਅਸੀਂ ਤੁਹਾਨੂੰ ਸ਼ੋਅ ਕਰੀਏ, ਜੋ ਸਾਨੂੰ ਮਿਲਦਾ ਆ, ਕੇਸਿਸ ਸਾਡੇ ਕੋਲ ਆਉਂਦੇ ਆ, you'll be in shock. ਪ੍ਰੀਤ, ਮੈਂ ਨਾ ਤੁਹਾਡਾ ਤਜਰਬਾ ਜਿਹੜਾ ਇੰਪੈਕਟ ਉਹਦਾ ਤੁਹਾਡੇ ਉੱਤੇ ਹੋਏ ਉਹਦੇ ਬਾਰੇ ਖਾਸ ਕਰ ਗੱਲ ਕਰਨਾ ਚਾਹੁੰਦੀ ਹਾਂ ਕਿ ਬਹੁਤ ਲੋਕ ਸਾਇਲੈਂਟਲੀ ਸਫਰ ਕਰਦੇ ਰਹਿੰਦੇ ਆ। ਮੇਰੇ ਨਾਲ ਇਹੋ ਜਿਹੇ ਤਜਰਬੇ ਹੋਏ ਨੇ, ਐਜ਼ ਅ ਚਾਈਲਡ ਹੋਏ ਨੇ, ਔਰ ਮੈਨੂੰ ਲੱਗਦਾ ਹੈ ਕਿ ਤੁਹਾਡੀ ਕਹਾਣੀ ਸੁਣ ਕੇ, ਮੇਰੀ ਕਹਾਣੀ ਸੁਣ ਕੇ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਮਹਿਸੂਸ ਹੋਏਗਾ ਕਿ ਉਹ ਇਕੱਲੇ ਨਹੀਂ, ਅਤੇ ਆਪਣੇ ਬੱਚਿਆਂ ਨੂੰ ਕਿੱਦਾਂ ਪ੍ਰੋਟੈਕਟ ਕਰਨਾ। ਕਿਉਂਕਿ ਤੁਸੀਂ ਐਜ਼ ਅ ਪੇਰੈਂਟ ਬਹੁਤ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਰ ਸਕਦੇ ਹੋ। ਹੁਣ ਇੱਕ ਐਕਸਟਰਾ ਲੇਅਰ ਹੋ ਗਈ ਹੈ ਸੋਸ਼ਲ ਮੀਡੀਆ ਦੀ, ਰਾਈਟ? ਸੋ ਕਿੱਦਾਂ ਆਪਣੇ ਬੱਚਿਆਂ ਨੂੰ ਪ੍ਰੋਟੈਕਟ ਕਰਨਾ ਤਾਂ ਕਿ ਉਹ ਨਾ ਵਲਨਰੇਬਲ ਹੋਣ। ਕੀ ਇੰਪੈਕਟ ਸੀ ਇਹ ਸਾਰੇ ਤਜਰਬੇ ਦਾ ਇਮੋਸ਼ਨਲੀ, ਫਿਜ਼ੀਕਲੀ ਤੁਹਾਡੇ ਬਚਪਨ 'ਤੇ, ਜਦੋਂ ਤੁਸੀਂ ਸਕੂਲ ਜਾ ਰਹੇ ਹੋ, ਤੁਹਾਡੀ ਪੜ੍ਹਾਈ 'ਤੇ ਕਿਸ ਤਰ੍ਹਾਂ ਇਹ ਸਾਰੇ ਇੰਸੀਡੈਂਟ ਨੇ ਤੁਹਾਨੂੰ ਇੰਪੈਕਟ ਕੀਤਾ ਗਰੋਇੰਗ ਅਪ? A lot. ਮੈਂ ਤਾਂ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦੀ ਹਾਂ। I'm married to my husband. Love my husband. He's like the best for me, honestly. Very blessed. Sometimes he'll hug me and I'll twitch.
And I don't even know why it's happening. But I remember one person that was molesting me did it like that. So I feel bad. And like sometimes even till now, I think a few weeks ago, I was sleeping and I guess I was having a nightmare and he was waking me up. He's like, "Are you okay?" And I'm like, "Oh, I'm good. Why?" And he's like, "Well, you're talking in your sleep and you're saying this, this, this." So I'm still affected by it. Healing is always going to keep going now. This is my story. This is my life. This is what I have to adapt to. I need to manage it and how I'm going to, help myself. It's still there. Healing doesn't stop, right? So it did affect me in many ways. Even he says it, like he'll be like, "Oh, sometimes you get angry for the littlest thing." And I'm just like, "I'm so sorry, I'm dealing with this case or whatever." And he says it to me. He's like, "You do know this is not your work. This is just save on volunteer. If it's too much, stop." And I'm like, "I can't stop. Every day I wake up, I have the same energy to help a different case. Now it's not emotionally. Now I'm thinking, bhi main kiddan kisi nu help kara and get them out of that situation. Get them out, get them into the healing that I went into. Minu pata hai the feeling of feeling alone. I know the feeling of being suicidal. I know the feeling of like feeling like you're suffocating. And it's like, it's not a past saga. So inna minu kaate affect karda ya, I couldn't really understand it till I started this platform. And ਜਿਨ੍ਹਾਂ ਨਾਲ ਮੈਂ ਕਨੈਕਸ਼ਨ ਬਣਾਈ ਹੁਣ ਕਾਤੇ ਆ ਇੰਨੇ ਜਾਣੇ ਆਉਂਦੇ ਸਾਹਮਣੇ ਆਪਣੀਆਂ ਸਟੋਰੀਆਂ ਸ਼ੇਅਰ ਕਰਦੇ ਹਿੰਮਤ ਮਿਲਦੀ ਹੈ ਲੋਕਾਂ ਨੂੰ ਹਿੰਮਤ ਵੀ ਮਿਲਦੀ ਆ ਥੱਲੇ ਜਿਹੜਾ ਸਪੋਰਟ ਉਹਨਾਂ ਨੂੰ ਕਮੈਂਟਸ ਦੇ ਅੰਡਰ ਮਿਲਦਾ ਆ ਉਹ ਫੋਨ ਕਰੂਗੇ ਮੈਨੂੰ ਰੋਂਦੇ ਵੀ ਆਈ ਐਮ ਸੋ ਹੈਪੀ ਟੂਡੇ ਆਈ ਸ਼ੇਅਰਡ ਮਾਈ ਸਟੋਰੀ ਮੈਨੂੰ ਇੰਨਾ ਸਪੋਰਟ ਮਿਲਿਆ ਕਦੀ ਫੈਮਿਲੀ ਤੋਂ ਨਹੀਂ ਮਿਲਿਆ ਜਿੰਨਾ ਤੁਸੀਂ ਪਬਲਿਕ ਤੋਂ ਮਿਲਦਾ ਹੈ ਐਂਡ ਆਈ ਥਿੰਕ ਇਹ ਸਪੋਰਟ ਤਾਂ ਵੀ ਬਹੁਤ ਮਾਇਨੇ ਰੱਖਦੀ ਹੈ ਕਿਉਂਕਿ ਸੈਕਸ਼ੂਅਲ ਅਬਿਊਜ਼ ਸਰਵਾਈਵਰਸ ਨੇ ਜਿਹੜੇ ਜਾਂ ਡੋਮੈਸਟਿਕ ਵਾਇਲੈਂਸ ਦੇ ਜਿਹੜੇ ਸਰਵਾਈਵਰਸ ਨੇ ਬਹੁਤ ਹੱਦ ਤੱਕ ਸਾਰੀ ਉਮਰ ਆਪਣੇ ਆਪ ਨੂੰ ਬਲੇਮ ਕਰਦੇ ਆ ਤੁਸੀਂ I blame myself ਤੁਸੀਂ ਅੱਧੀ ਜ਼ਿੰਦਗੀ ਤਾਂ ਇਹੀ ਸੋਚ ਕੇ ਲਗਾ ਦਿੰਦੇ ਹੋ ਵੀ ਇਹ ਤੁਹਾਡੀ ਗਲਤੀ ਸੀ Did you feel like that I too? did I absolutely did ਮੈਂ 5 ਸਾਲ ਦੀ ਸੀ You were 5 too ਮੈਂ 5 ਸਾਲ ਦੀ ਸੀ ਜਦੋਂ ਪਹਿਲੀ ਵਾਰੀ ਇਹੋ ਜਿਹਾ ਕੁਛ ਹੋਇਆ ਔਰ ਮੇਰੇ ਤੋਂ ਸ਼ਾਇਦ 3 ਸਾਲ ਜਾਂ 4 ਸਾਲ ਵੱਡਾ ਮੁੰਡਾ ਸੀ ਮੈਂ ਕਦੇ ਪਬਲਿਕਲੀ ਇਹਦੇ ਬਾਰੇ ਗੱਲ ਨਹੀਂ ਕੀਤੀ ਪਰ ਅੱਜ ਪਤਾ ਨਹੀਂ ਐਂ ਲੱਗ ਰਿਹਾ ਕਿ ਇਟਸ ਕਮਿੰਗ ਟੂ ਦ ਸਰਫੇਸ ਟੁਡੇ ਸੋ ਮੇਰੇ ਪੇਰੈਂਟਸ ਨੇ ਡਿਸਾਈਡ ਕੀਤਾ ਕਿ ਉਹਨਾਂ ਨੇ ਪਿੰਡ 'ਚ ਸਕੂਲ ਖੋਲ੍ਹਣਾ ਪਾਪਾ ਵਾਂਟਡ ਟੂ ਗਿਵ ਬੈਕ ਓਕੇ ਅਤੇ ਪਾਪਾ ਆਪਣੇ ਪਿੰਡ 'ਚ ਮੇਰਾ ਖਿਆਲ ਦੂਜੇ ਐਸੇ ਇਨਸਾਨ ਸੀ ਜਿਹੜੇ ਯੂਨੀਵਰਸਿਟੀ ਗਏ ਸੀ ਸੋ ਉਹਨਾਂ ਦਾ ਸੁਪਨਾ ਸੀ ਕਿ ਮੈਂ ਆਪਣੇ ਪਿੰਡ ਦੇ ਬੱਚਿਆਂ ਨੂੰ ਪੜ੍ਹਾਉਣਾ ਸੋ ਦੋਨਾਂ ਨੇ ਬੜੀ ਸ਼ਿੱਦਤ ਦੇ ਨਾਲ ਉੱਥੇ ਸਕੂਲ ਸ਼ੁਰੂ ਕੀਤਾ ਅਤੇ ਮੈਂ ਪਿੰਡੋਂ ਪਟਿਆਲਾ ਤਕਰੀਬਨ 20 ਕਿਲੋਮੀਟਰ ਦੂਰ ਸੀ ਅਤੇ ਦੈਟ ਮੈਂਟ ਕਿ ਮੈਨੂੰ ਪਟਿਆਲੇ ਆਪਣੇ ਸਕੂਲ ਜਾਣ ਵਾਸਤੇ ਇੱਕ ਆਟੋ ਰਿਕਸ਼ਾ ਲੈਣਾ ਪੈਂਦਾ ਸੀ ਆਟੋ ਰਿਕਸ਼ਾ ਇੱਕ ਹੋਰ ਪਿੰਡ ਤੋਂ ਆਉਂਦਾ ਸੀ ਔਰ ਉਸ ਆਟੋ ਰਿਕਸ਼ਾ ਦੇ ਵਿੱਚ 3 ਸਕੂਲਾਂ ਦੇ ਬੱਚੇ ਹੁੰਦੇ ਸੀ ਮੈਨੂੰ ਹਾਲੇ ਤੱਕ ਸਕੂਲਾਂ ਦੇ ਨਾਂ ਯਾਦ ਹੈ ਅਤੇ ਮੈਂ ਸਭ ਤੋਂ ਛੋਟੀ ਸੀ ਬੁਲਿੰਗ ਤਾਂ ਬਹੁਤ ਆਮ ਹੈ ਕਿਉਂਕਿ ਤੁਸੀਂ ਛੋਟੇ ਹੋ ਤੁਹਾਨੂੰ ਨਹੀਂ ਪਤਾ ਠੰਡ ਦੇ ਦਿਨ ਹੁੰਦੇ ਸੀਗੇ ਪ੍ਰੀਤ ਮੈਂ ਨਾ ਕੋਈ ਪ੍ਰੋਪਰ ਮੇਰੇ ਕੋਲ ਜੈਕਟ ਹੋਣੀ ਮੈਂ ਸਵੈਟਰ ਪਾ ਕੇ ਅਤੇ ਸਵੇਰੇ ਉੱਥੇ ਬੱਸ ਅੱਡੇ 'ਤੇ ਵੇਟ ਕਰਦੀ ਹੋਣਾ ਇਕੱਲੀ ਨੇ ਵੀ ਮੇਰਾ ਆਟੋ ਰਿਕਸ਼ਾ ਆਊਗਾ ਮੈਨੂੰ ਚੁੱਕਣ ਵਾਸਤੇ ਅਤੇ ਪਹਿਲਾਂ ਤਾਂ ਬੱਚਿਆਂ ਨੇ ਮੈਨੂੰ ਡੰਡੇ 'ਤੇ ਬਿਠਾ ਦੇਣਾ ਜਿੱਥੇ ਹਵਾ ਲੱਗਦੀ ਹੈ ਠੰਡੀ ਉੱਥੇ ਕੋਈ ਵਿੰਡੋ ਤਾਂ ਹੁੰਦੀ ਨਹੀਂ ਆਟੋ ਰਿਕਸ਼ਾ 'ਤੇ ਹੈ ਨਾ ਅਤੇ ਉੱਥੇ ਡੰਡੇ 'ਤੇ ਜਦੋਂ ਤੁਸੀਂ ਬਹਿੰਦੇ ਹੋ ਤਾਂ ਤੁਹਾਨੂੰ ਹਵਾ ਠੰਡੀ ਜਿਹੜੀ ਹੈ ਤੁਹਾਡੇ 'ਤੇ ਪੈਂਦੀ ਹੈ ਨਾ ਉੱਥੇ ਬਿਠਾ ਦੇਣਾ ਅਤੇ ਮੈਨੂੰ ਹਾਲੇ ਤੱਕ ਯਾਦ ਹੈ ਮੈਨੂੰ ਡਰ ਇਸ ਚੀਜ਼ ਦਾ ਹੁੰਦਾ ਸੀ ਕਿ ਹੁਣ ਜੇ 5 ਕਿਲੋਮੀਟਰ ਬਾਅਦ ਸਾਡੇ ਪਿੰਡ ਤੋਂ ਇੱਕ ਸਟਾਪ ਆਊਗਾ ਅਤੇ ਉੱਥੇ 2 ਕੁੜੀਆਂ ਅਤੇ ਇੱਕ ਮੁੰਡਾ ਚੜੂਗਾ ਅਤੇ ਉਹ ਮੁੰਡਾ ਮੇਰੇ ਨਾਲ ਜੋ ਕਰੂਗਾ ਉਹ ਗਲਤ ਹੈ ਮੈਨੂੰ ਇਹ ਪਤਾ ਸੀ 5 ਸਾਲ ਦੇ ਬੱਚੇ ਨੂੰ ਓਕੇ ਸੋ ਕੀ ਹੁੰਦਾ ਸੀ ਕਿ ਜਦੋਂ ਵਾਪਸੀ 'ਤੇ ਸਕੂਲ ਬੰਦ ਹੋਣਾ ਤਾਂ ਸਾਰੇ ਸਕੂਲਸ ਦੇ ਡਿਫਰੈਂਟ ਟਾਈਮਿੰਗਸ ਹੁੰਦੇ ਸੀ ਮੈਂ ਬਲੌਸਮਸ ਜਾਂਦੀ ਸੀ ਬਲੌਸਮਸ ਦਾ ਵੱਖਰਾ ਟਾਈਮ ਸੀ ਲੇਡੀ ਫਾਤਿਮਾ ਤੋਂ ਬੱਚੇ ਚੁੱਕੀ ਦੇ ਸੀ YPS ਦੇ ਬੱਚੇ ਅਸੀਂ ਲਾਸਟ ਚੁੱਕੀ ਦੇ ਸੀਗੇ ਅਤੇ YPS ਦੇ ਵਿੱਚ ਕਈ ਵਾਰੀ ਜਦੋਂ ਤੱਕ ਛੁੱਟੀ ਨਹੀਂ ਸੀ ਹੁੰਦੀ ਐਵਰੀਬਡੀ ਯੂਜ਼ ਟੂ ਗੋ ਆਊਟ ਐਂਡ ਪਲੇ ਅਤੇ ਮੇਰੇ ਨਾਲ ਇਹ ਸਭ ਕੁਛ ਆਟੋ ਰਿਕਸ਼ਾ ਦੇ ਵਿੱਚ ਹੋ ਰਿਹਾ ਹੁੰਦਾ ਸੀ ਉਸ ਵੇਲੇ With the same person? Same person. Over and over again. And did you think it was normal at that time or did you get anxiety? I don't think ਮੈਨੂੰ ਸਮਝ ਸੀ ਕਿ ਕੀ ਹੋ ਰਿਹਾ
But after it would happen, how did you feel? Numb, Numb, right? Yeah, that was me too. completely numb. Yeah, it was weird. Completely numb. ਕਿਸੇ ਨਾਲ ਮੈਂ ਗੱਲ ਨਹੀਂ ਸੀ ਕਰਦੀ, ਕਿਸੇ ਨੂੰ ਬੁਲਾਉਂਦੀ ਨਹੀਂ ਸੀ, ਬਿਲਕੁਲ ਚੁੱਪਚਾਪ ਹੁੰਦੀ ਸੀ। Yeah. 5 ਸਾਲ ਦੇ ਬੱਚੇ ਦੇ ਵਿੱਚ ਇਹ ਸਮਝ ਤਾਂ ਹੁੰਦੀ ਨਹੀਂ ਕਿ ਤੁਸੀਂ ਆਪਣੇ ਪੇਰੈਂਟਸ ਨਾਲ ਗੱਲ ਕਰ ਲਓ। ਹਾਲਾਂਕਿ ਪੇਰੈਂਟਸ ਬਹੁਤ ਬਹੁਤ ਓਪਨ ਸੀ ਐਂਡ ਮੈਂ ਇਕੱਲਾ ਬੱਚਾ ਸੀ ਘਰ ਦੇ ਵਿੱਚ 5 ਸਾਲ ਤੱਕ। ਉਦੋਂ ਤੱਕ ਸ਼ਾਇਦ ਮੇਰਾ ਭਰਾ ਆ ਗਿਆ ਸੀਗਾ ਪਰ ਉਹ ਬਹੁਤ ਛੋਟਾ ਸੀ ਤੇ ਬਹੁਤ ਲਾਡਲੀ, ਬਹੁਤ ਪਿਆਰ ਨਾਲ ਰੱਖੀ ਹੋਈ, ਪਰ ਆਲਸੋ Same. ਪਰ ਆਲਸੋ ਇੰਡੀਪੈਂਡੈਂਟ ਬਣਾਉਣ ਦੀ ਕੋਸ਼ਿਸ਼ ਮੇਰੇ ਫਾਦਰ ਸਾਹਿਬ ਨੂੰ ਕਿ ਤੂੰ ਇਕੱਲੀ ਜਾਏਂਗੀ ਸਵੇਰੇ 5:30-6 ਵਜੇ ਧੁੰਦ ਚੋਂ ਨਿਕਲ ਕੇ ਪੂਰਾ ਪਿੰਡ ਕ੍ਰਾਸ ਕਰਕੇ ਬੈਕਪੈਕ ਲੈ ਕੇ ਤੇ ਉੱਥੇ ਠੰਡ ਦੇ ਵਿੱਚ ਵੇਟ ਕਰ ਰਹੀ ਹੋਣਾ। ਮੈਨੂੰ YPS ਦੇ ਗਰਾਊਂਡਸ ਦਾ ਪਟਿਆਲੇ ਦੇ ਇੱਕ ਚੀਜ਼ ਯਾਦ ਆ ਮੈਨੂੰ। ਉਹ ਫੁੱਲ ਵੀ ਜਦੋਂ ਦਿਸ ਜਾਂਦੇ ਆ ਨਾ ਜਿਹੜੇ ਉਦੋਂ ਗਾਰਡਨ ਦੇ ਵਿੱਚ ਉਸ ਵੇਲੇ ਲੱਗੇ ਹੁੰਦੇ ਸੀ ਲਾਲ ਰੰਗ ਦੇ, ਮੈਨੂੰ ਉਹ ਫੁੱਲਾਂ ਨੂੰ ਦੇਖ ਕੇ ਵੀ ਅੱਜ ਵੀ ਇੰਨੇ ਸਾਲਾਂ ਬਾਅਦ ਕੁਛ ਹੁੰਦਾ। ਮੈਨੂੰ ਉਸ ਮੁੰਡੇ ਦਾ ਨਾਂ ਵੀ ਯਾਦ ਹੈ। ਮੈਨੂੰ ਇਹ ਵੀ ਯਾਦ ਹੈ ਕਿ ਉਹ ਪਾਪਾ ਦੇ ਫਰੈਂਡ ਦਾ ਬੇਟਾ ਸੀ। ਮੈਨੂੰ ਇਹ ਵੀ ਯਾਦ ਹੈ ਕਿ ਜਦੋਂ ਉਹਦਾ ਬਾਹਰ ਦਾ ਵੀਜ਼ਾ ਲੱਗਿਆ ਸੀ ਤਾਂ ਉਹ ਜ਼ਿਕਰ ਹੋਇਆ ਸੀ ਕਿ ਉਹ ਬਾਹਰ ਜਾ ਰਿਹਾ। You know how you're saying you remember the flowers? ਮੈਨੂੰ ਰਜਾਈ ਯਾਦ ਆ, ਉਹ flowers ਕਿਹੜੇ ਸੀਗੇ ਬੈੱਡ ਦੇ ਉੱਤੇ in the room he tried to sexually assault me in. So I get it. ਕਈ details ਪਤਾ ਨਹੀਂ ਕਾਤੇ, like, you know, I never look at those, you know, the Indian rajais that you get from like places. Yeah, it's, you remember certain details. You remember certain details. But you think you have healed from? ਮੈਨੂੰ ਇਹਦੇ ਤੇ ਬਹੁਤ ਕੰਮ ਕਰਨਾ ਪਿਆ Yeah. ਕਿਉਂਕਿ ਟ੍ਰਿਗਰ ਸੀ ਬਹੁਤ ਵੱਡਾ। ਟਰਸਟ ਕਰਨਾ ਔਖਾ ਸੀ। ਉਸ ਤੋਂ ਬਾਅਦ ਵੀ ਲਾਈਕ ਯੂ ਆਈ ਥਿੰਕ ਜਦੋਂ ਬੱਚਾ ਵੱਡਾ ਹੋ ਰਿਹਾ ਹੁੰਦਾ, ਖਾਸ ਕਰ ਕੁੜੀ ਜਦੋਂ ਵੱਡੀ ਹੋ ਰਹੀ ਹੁੰਦੀ ਹੈ, ਉਹ ਇੰਨੀ ਆਮ ਗੱਲ ਹੋ ਜਾਂਦੀ ਹੈ ਕਿ ਕਿਸੇ ਰਿਸ਼ਤੇਦਾਰ ਨੇ ਕੋਈ ਲਾਈਨ ਕ੍ਰਾਸ ਕਰ ਦਿੱਤੀ ਤੁਹਾਨੂੰ, ਜੇ ਕਿਸੇ ਨੇ ਥੋੜ੍ਹੀ ਦੇਰ ਜ਼ਿਆਦਾ ਹੱਗ ਕੀਤਾ ਹੈ ਤਾਂ ਕਿਉਂ ਕੀਤਾ ਹੈ। ਥੈਂਕਫੁਲੀ ਉਸ ਚੀਜ਼ ਦਾ ਪਾਪਾ ਨੂੰ ਬਿਲਕੁਲ ਅਹਿਸਾਸ ਨਹੀਂ ਹੋਇਆ। ਪਰ ਜਦੋਂ ਅਸੀਂ ਚੰਡੀਗੜ੍ਹ ਆ ਗਏ ਨਾ, ਪਾਪਾ ਬਹੁਤ ਪ੍ਰੋਟੈਕਟਿਵ ਸੀਗੇ ਅਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ। ਸੋ ਉਹਨਾਂ ਨੇ ਹਰੇਕ ਇਨਸਾਨ ਜਿਨ੍ਹਾਂ 'ਤੇ ਥੋੜ੍ਹਾ ਜਿਹਾ ਵੀ ਸ਼ੱਕ ਹੋਇਆ ਨਾ, ਉਹਨਾਂ ਨੂੰ ਨਾਲ ਦੀ ਨਾਲ ਹੀ ਕੱਟ ਆਊਟ ਕਰ ਦਿੱਤਾ। That's what you need. Yeah, no, that's good. ਅਤੇ ਉਹਦੇ ਵਾਸਤੇ I'm so grateful that he was so particular about who's coming into the house. ਸਾਨੂੰ ਕਿਸੇ ਦੇ ਘਰੇ ਜਾ ਕੇ ਸੌਣਾ ਅਲਾਊਡ ਨਹੀਂ ਸੀ, ਸਲੀਪ ਓਵਰਸ ਬਿਲਕੁਲ ਨਹੀਂ ਸੀ ਅਲਾਊਡ ਹੁੰਦੇ। That's why I teach everyone. ਉਦੋਂ ਨਿਆਣੇ ਗੁੱਸੇ ਹੋ ਜਾਂਦੇ ਆ ਵੀ ਸਲੀਪ ਓਵਰ ਤੇ ਨਹੀਂ ਜਾ ਸਕਦੇ। ਮੈਨੂੰ ਬਹੁਤ ਗੁੱਸਾ ਆਉਂਦਾ ਸੀ ਉਦੋਂ ਵੀ ਮੈਨੂੰ ਸਲੀਪ ਓਵਰਸ ਕਿਉਂ ਨਹੀਂ ਅਲਾਊਡ। But it's good that didn't happen, because ਜਿਹੜੇ ਸਾਡੇ ਕੋਲ ਕੇਸਿਸ ਆਉਂਦੇ ਆ ਸਲੀਪ ਓਵਰਸ ਦੇ ਵਿੱਚ ਜ਼ਿਆਦਾ ਐਕਸਪੈਰੀਮੈਂਟਿੰਗ ਹੁੰਦੀ ਆ ਨਿਆਣਿਆਂ ਦੀ। ਬਿਲਕੁਲ। ਪਰ ਉਹੀ ਹੈ ਨਾ, ਹੁਣ ਤੁਸੀਂ ਵਿਆਹਾਂ ਦਾ ਘਰ ਹੈ, ਤੁਹਾਡੇ 50 ਰਿਸ਼ਤੇਦਾਰ ਨੇ, ਸਾਰੇ ਥੱਲੇ ਪਏ ਨੇ। ਕਿਹੜੇ ਲੋਕ ਬੱਚਿਆਂ 'ਤੇ, ਕਿਹੜੇ ਇਨਸਾਨ 'ਤੇ ਤੁਸੀਂ ਨਜ਼ਰ ਰੱਖੋਗੇ? ਜਿਹੜਾ ਇਨਸਾਨ ਤੁਹਾਡੀ ਨਜ਼ਰ ਦੇ ਵਿੱਚ ਬਹੁਤ ਰਿਸਪੈਕਟਡ ਹੈ, ਜਿਹਨੂੰ ਤੁਸੀਂ ਸਾਰਾ ਪਰਿਵਾਰ ਉਹਦੇ ਆਲੇ ਦੁਆਲੇ ਘੁੰਮਦਾ ਹੈ ਨਾ, ਜਦੋਂ ਤੁਸੀਂ ਆਪ ਉਹਨਾਂ ਨੂੰ ਟਰਸਟ ਕਰਦੇ ਆ, ਆਪ ਰਿਸਪੈਕਟ ਕਰਦੇ ਆ, ਅਤੇ ਬੱਚੇ ਨੇ ਤਾਂ ਆਟੋਮੈਟਿਕਲੀ ਕਰਨਾ। ਸੋ ਮੇਰੀ ਹੀਲਿੰਗ ਜਿਹੜੀ ਹੈ ਉਹ ਬਹੁਤ ਟਾਈਮ ਬਾਅਦ ਆਈ। ਮੈਂ ਕੋਈ ਵੀ ਫਿਲਮ ਦੇਖਣੀ ਇਸ ਚੀਜ਼ ਬਾਰੇ ਕਦੇ ਬਹੁਤ ਟ੍ਰਿਗਰ ਹੋ ਜਾਂਦੀ ਸੀ ਬਹੁਤ ਜ਼ਿਆਦਾ। ਅਤੇ ਫਿਰ ਮੈਨੂੰ ਇੱਕ ਥੈਰੇਪਿਸਟ ਮਿਲੇ ਬੜੇ ਕਮਾਲ ਦੇ, ਔਰ ਉਹਨਾਂ ਦੇ ਨਾਲ ਮੈਂ ਇਸ ਚੀਜ਼ 'ਤੇ ਕੰਮ ਕੀਤਾ। ਅਤੇ ਉਹ ਜਿਹੜੀ ਇਨਰ ਚਾਈਲਡ ਹੀਲਿੰਗ ਹੁੰਦੀ ਹੈ, that really made a big difference. ਸੋ ਹੁਣ ਮੈਂ ਜਦੋਂ ਵੀ ਮੈਨੂੰ ਥੋੜ੍ਹਾ ਜਿਹਾ ਡਰ ਲੱਗਦਾ ਹੈ ਜਾਂ ਮੈਂ ਘਬਰਾ ਜਾਂਦੀ ਹਾਂ ਜਾਂ ਕੋਈ ਇਹੋ ਜਿਹੀ ਚੀਜ਼ ਮੈਨੂੰ ਪਰੇਸ਼ਾਨ ਕਰ ਦਿੰਦੀ ਹੈ, ਹੁਣ ਆਪ ਮਦਰ ਆ, ਸੋ ਹੁਣ ਜ਼ਿਆਦਾ ਥੋੜ੍ਹਾ ਜਿਹਾ ਇਹ ਚੀਜ਼ਾਂ ਸੈਂਸਿਟਿਵ ਹੋ ਜਾਂਦੇ ਹੋ ਤੁਸੀਂ, ਰਾਈਟ? ਯੂ ਆਰ ਇਨ ਪ੍ਰੋਟੈਕਟਿਡ ਮੋਡ। ਸੋ ਆਈ ਹੋਲਡ ਦੈਟ ਚਾਈਲਡ ਨਾਓ। ਕਿਉਂਕਿ ਮੈਨੂੰ ਉਹਨਾਂ ਨੇ ਸਮਝਾਇਆ, ਔਰ ਹੋ ਸਕਦਾ ਕਿ ਜਿਨ੍ਹਾਂ ਨੇ ਇਨਰ ਹੀਲਿੰਗ ਵਰਕ ਕੀਤਾ ਹੋਵੇ ਉਹਨਾਂ ਨੂੰ ਪਤਾ ਹੋਵੇ ਕਿ ਜੇ ਉਸ ਉਮਰ ਦੇ ਵਿੱਚ ਜੇ ਤੁਸੀਂ ਕਿਸੇ ਟਰਾਮਾ ਤੋਂ ਲੰਘੇ ਹੋ ਤਾਂ ਉਸ ਤਸਵੀਰ ਨੂੰ ਆਪਣੇ ਅੱਗੇ ਰੱਖੋ ਔਰ ਉਸ ਬੱਚੀ ਨਾਲ ਗੱਲਾਂ ਕਰੋ ਔਰ ਉਹਨੂੰ ਇਹ ਦਿਲਾਸਾ ਦਿਵਾਓ ਕਿ ਤੂੰ ਠੀਕ ਹੈ। I'm going to take care of you. You're protected. You're safe. You're safe. So it was a journey. ਹਾਲੇ ਵੀ I'm not healed. ਇਸ ਐਪੀਸੋਡ ਨੂੰ ਕਰਨਾ ਮੇਰੇ ਲਈ ਸੌਖਾ ਨਹੀਂ ਹੈ। ਆਪਾਂ ਗੱਲ ਕਰ ਰਹੇ ਸੀ ਇਹਦੇ ਬਾਰੇ, ਹੈ ਨਾ? It's hard. ਬੜੀ ਜ਼ਰੂਰੀ ਹੈ। It's needed because ਅਸੀਂ ਜਦੋਂ ਗੱਲ ਕਰੂੰਗੇ for more women, even men go through it. We get cases with men too, right? And it's like if you talk about it,
openly talk about it, ਫਿਰ ਬਾਕੀਆਂ ਨੂੰ ਵੀ ਜਿਹੜੇ ਕਰਦੇ ਆ ਇਹ ਕੰਮ ਉਹਨਾਂ ਨੂੰ ਡਰ ਲੱਗਣ ਲੱਗ ਜਾਣਾ ਆ। ਜਿਹੜਾ ਉਹ shift ਸਾਨੂੰ ਚਾਹੀਦਾ ਆ, it should be, the blame should be on the abuser. Absolutely. And not the victim and not the survivor of abuse. ਬਿਲਕੁਲ That needs to happen. ਉਹ ਕਹਿੰਦੇ ਆ ਨਾ ਕਿ ਆਈ ਥਿੰਕ ਸਤਿਆਮੇਵ ਜਯਤੇ ਜਿਹੜਾ ਆਮਿਰ ਖਾਨ ਦਾ ਸ਼ੋਅ ਸੀ, ਉਹਨਾਂ ਨੇ ਇਸ ਬਾਰੇ ਜ਼ਿਕਰ ਕੀਤਾ ਸੀ ਕਿ ਇੱਜ਼ਤ ਲੂਟੀ ਨਹੀਂ ਜਾਤੀ, ਮੇਰੀ ਇੱਜ਼ਤ ਨਹੀਂ ਲੂਟੀ ਗਈ, ਇਟ ਸ਼ੁੱਡ ਬੀ ਦੀ ਅਦਰ ਵੇ। ਆਪਾਂ ਕਹਿੰਦੇ ਨੇ ਵੀ ਤੇਰੀ ਇੱਜ਼ਤ ਲੁੱਟੀ ਗਈ, ਨਹੀਂ, ਮੇਰੀ ਇੱਜ਼ਤ ਕਿਉਂ ਲੁੱਟੀ ਗਈ? Words need to change, right? The terminology needs to shift around it. ਕਿ ਜਿਹੜਾ ਇਨਸਾਨ ਇਹ ਗਲਤ ਕੰਮ ਕਰ ਰਿਹਾ ਹੈ, ਦਰਅਸਲ ਬਲੇਮ ਤਾਂ ਉਹਦਾ ਹੈ। ਐਂਡ ਸਾਡੇ ਕਮਿਊਨਿਟੀ ਨੂੰ ਐਜੂਕੇਟ ਹੋਣਾ ਚਾਹੀਦਾ ਇਹ ਮੈਟਰ ਬਾਰੇ, ਵੀ ਕੋਈ ਜਣਾ ਜਦੋਂ ਕੋਈ ਜਣਾ ਤੁਹਾਡੇ ਕੋਲ ਆਉਂਦਾ ਆ, ਇਹ ਗੱਲ ਸ਼ੇਅਰ ਕਰਦਾ ਆ, ਵੀ ਤੁਹਾਡੀ ਰਿਐਕਸ਼ਨ ਕਿੱਦਾਂ ਹੋਣੀ ਚਾਹੀਦੀ ਆ। ਇਹ ਨਾ ਕਹੋ ਵੀ ਤੁਸੀਂ ਹੁਣ ਕਾਹਦੇ ਦੱਸਦੇ ਆ, 7-8 ਸਾਲ ਬਾਅਦ 'ਚ ਹੁਣ ਕਾਹਤੇ ਆਏ ਆ ਸਾਹਮਣੇ। I was going to talk about that as well. ਕਿ ਕਈ ਵਾਰੀ ਜਿਹੜੇ ਸਰਵਾਈਵਰ ਹੁੰਦੇ ਨੇ, ਵਿਕਟਮ ਮੈਨੂੰ ਚੰਗੀ ਨਹੀਂ ਲੱਗਦੀ ਟਰਮ ਕਹਿਣੀ, ਜਿਹੜੇ ਸਰਵਾਈਵਰ ਹੁੰਦੇ ਆ, ਜਿਹੜੀ ਇਹਨਾਂ ਚੀਜ਼ਾਂ ਤੋਂ ਗੁਜ਼ਰਦੇ ਆ, ਬਹੁਤ ਸਾਲ ਲੱਗ ਜਾਂਦੇ ਆ ਇਹਨਾਂ ਬਾਰੇ ਗੱਲ ਕਰਨ ਲਈ। I didn't come forward. I came forward years and years later. So it's a common thing. That is one of the things that survivors go through, that it takes them a while to come forward and share it. ਵੀ ਉਹ ਸਾਨੂੰ realize ਕਰਨਾ ਚਾਹੀਦਾ ਆ। ਉਹਨੂੰ ਇਹ ਨਾ ਪੁੱਛੋ ਵੀ ਤੁਸੀਂ ਉਸ ਟਾਈਮ ਉਹਦੇ ਥੱਪੜ ਕਾਤੇ ਨਹੀਂ ਮਾਰਿਆ। Your body goes numb. Read about it. Educate yourself about sexual abuse. See why we are the way we are. Right. See why we react to certain things that we react to, right? ਵੀ ਇਹ effect ਹੁੰਦੇ ਆ ਇਹ ਚੀਜ਼ਾਂ ਬਾਰੇ, right? And ਜਿੰਨਾ ਅਸੀਂ ਆਪਣੇ ਕਮਿਊਨਿਟੀ ਨੂੰ ਐਜੂਕੇਟ ਕਰੂੰਗੇ, ਉਨਾ ਹੀ ਸਾਡੇ ਸਰਵਾਈਵਰਸ ਨੂੰ ਸਪੋਰਟ ਮਿਲੂਗਾ, right? That's what we need. ਪ੍ਰੀਤ, ਜੇ ਤੁਹਾਡੇ ਹੱਥ ਹੋਵੇ ਤਾਂ ਉਸ ਪ੍ਰੀਤ ਵਾਸਤੇ ਕਿਹੋ ਜਿਹਾ ਮਾਹੌਲ ਤੁਸੀਂ ਕ੍ਰੀਏਟ ਕਰੋ ਕਿ ਉਹਦੇ ਨਾਲ ਕਦੇ ਇਹ ਨਾ ਹੋਇਆ ਹੁੰਦਾ ਜੋ ਕੁਝ ਹੋਇਆ? What would you change in your upbringing? My upbringing, I wish I was more open to sharing the stuff, but ਜਿਹੜਾ ਸਾਡੇ ਅਰਾਊਂਡ ਆਂਟੀਆਂ ਬੀਬੀਆਂ ਹੁੰਦੀਆਂ ਆ, ਰਾਈਟ, ਜਿੱਦਾਂ ਗੱਲਾਂ ਕਈ ਵਾਰੀ ਕਰਦੀਆਂ ਆ, ਸੋ ਜਜਮੈਂਟਲ, ਲਾਈਕ ਉਹ ਕੁੜੀ ਹੁੰਦੀ ਇੱਦਾਂ ਹੀ ਹੋਣੀ ਆ, ਉਹਦੇ ਨਾਲ ਹੋਇਆ ਇੱਦਾਂ ਹੋਣਾ ਆ, ਉਹ ਚੀਜ਼ਾਂ ਅਸੀਂ ਸੁਣ ਕੇ, ਚਾਹੇ ਉਹ ਪਿਆਰ ਨਹੀਂ ਤੇਰਾ ਹੋਣਾ ਜਾਂ ਇੱਦਾਂ ਦੀਆਂ ਚੀਜ਼ਾਂ ਸੁਣ ਕੇ, ਮੈਂ ਪਰਸਨਲੀ I did not feel okay sharing. ਜਿੱਦਾਂ ਹੁਣ ਵੀ ਕਹਿ ਦਿਓ ਵੀ ਕਿਸੇ ਕੁੜੀ ਨਾਲ ਬੈਡ ਕੁਛ ਹੋਇਆ, ਰਾਈਟ, ਜਦੋਂ ਅਸੀਂ ਸ਼ੇਅਰ ਕਰਦੇ ਹਾਂ, ਮੈਂ ਦੇਖਿਆ ਆ, ਫੈਮਲੀਜ਼ ਦੇ ਵਿੱਚ ਵੀ ਦੇਖਿਆ ਆ, ਕੇਸਿਸ ਦੇ ਥਰੂ ਵੀ ਦੇਖਿਆ ਆ, ਵੀ ਜਿਹੜਾ ਰਿਐਕਸ਼ਨ ਹੁੰਦਾ ਆ ਸਾਰਿਆਂ ਦਾ, ਉਹ ਬਹੁਤ ਬੈਡ ਹੁੰਦਾ ਆ। ਸੋ ਤਾਂ ਜਿਹੜਾ ਸਰਵਾਈਵਰ ਆ, ਬਹੁਤ ਔਖਾ ਲੱਗਦਾ ਉਹਨਾਂ ਨੂੰ ਸਾਹਮਣੇ ਆਉਣਾ। ਇਫ my parents or my loved ones ਕਹਿੰਦੇ ਵੀ ਜਦੋਂ ਵੀ ਕੁਛ ਵੀ ਹੋਵੇ, you share it and we will believe you. ਉਹ that's the biggest thing. ਮੈਨੂੰ ਲੱਗਿਆ ਵੀ ਮੈਨੂੰ ਆਪਣੇ ਆਪ ਨੂੰ ਸਾਬਤ ਕਰਨਾ ਪੈਣਾ ਸੀਗਾ ਵੀ ਆਹ ਸੱਚ ਗੱਲ ਆ, ਮੈਂ ਪ੍ਰੂਫ ਕੀ ਦਿਖਾਵਾਂ। ਹੁਣ ਕਈ ਜਾਣੇ ਮੈਨੂੰ ਪੇਜ ਦੇ ਉੱਤੇ ਮੈਸੇਜ ਕਰਦੇ ਹੁੰਦੇ ਆ, ਇਹ ਕੀ ਪ੍ਰੂਫ ਆ ਵੀ ਆਹ ਕੁੜੀ ਦਾ ਰੇਪ ਹੋਇਆ, ਜਾਂ ਕੀ ਪ੍ਰੂਫ ਆ, ਉਹ ਕੀ ਹੁਣ ਵੀਡੀਓ ਰੱਖੇ ਆਪਣੇ ਸਾਹਮਣੇ ਜਦੋਂ ਹੁੰਦਾ ਆ ਕੁਛ, ਰਾਈਟ? ਸੋ ਇੱਦਾਂ ਦੇ ਸਵਾਲ ਮੂਹਰੇ ਕਰਨੇ ਜਾਂ ਕੁਐਸਚਨਸ ਵਿਕਟਮ ਜਾਂ ਸਰਵਾਈਵਰ ਨੂੰ ਕਰਨੇ ਬਹੁਤ ਬੈਡ ਆ। ਐਟ ਦੈਟ ਟਾਈਮ ਤੁਸੀਂ ਬਸ ਲਿਸਨ ਕਰੋ, ਸਪੋਰਟ ਕਰੋ, ਗਾਈਡੈਂਸ ਦਿਓ, hug karo, do what the person is asking. Turn that victim to a survivor. ਬਿਲਕੁਲ, not do the opposite. ਉਹ ਸਪੋਰਟ ਜਦੋਂ ਤੁਹਾਨੂੰ ਮਿਲਦੀ ਹੈ ਨਾ, ਤਾਂ ਤੁਹਾਨੂੰ ਦੁਬਾਰਾ ਹਿੰਮਤ ਮਿਲਦੀ ਹੈ ਆਪਣੇ ਪੈਰਾਂ 'ਤੇ ਖੜੇ ਹੋਣ ਦੀ। ਔਰ ਕਈ ਵਾਰੀ ਉਹ ਹਿੰਮਤ ਤੁਹਾਨੂੰ ਕਿਸੇ ਹੋਰ ਤੋਂ ਨਹੀਂ ਮਿਲਦੀ। ਮੈਨੂੰ ਉਹ ਹਿੰਮਤ ਆਪਣੇ ਅੰਦਰੋਂ ਹੀ ਮਿਲੀ, ਮੈਨੂੰ ਉਹ ਹਿੰਮਤ ਹੋਰ ਕਿਤੋਂ ਨਹੀਂ ਮਿਲੀ, ਕਿਉਂਕਿ ਜਿੱਦਾਂ ਤੁਹਾਡੀ ਉਮਰ ਵੱਧਦੀ ਹੈ, ਤੁਹਾਡੇ ਐਕਸਪੀਰੀਅੰਸਿਸ ਵੱਧਦੇ ਨੇ, ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਹੋਣ ਲੱਗਦਾ ਕਿ ਦਰਅਸਲ ਉਹ ਮੇਰੀ ਗਲਤੀ ਨਹੀਂ ਸੀ। ਜਿਹੜੇ ਤੁਹਾਡੇ ਨਾਲ ਦੇ ਆ ਫੈਮਿਲੀ ਰਿਲੇਟਿਵਸ ਆ, ਉਹ ਕਹਿੰਦੇ ਆ ਵੀ ਤੁਹਾਡੀ ਗਲਤੀ ਹੋਣੀ ਆ, ਜ਼ਿਆਦਾ ਹੱਸਦੀ ਆ। ਹੁਣ ਫੈਮਿਲੀ ਫੰਕਸ਼ਨਸ 'ਤੇ ਜਾਣਾ ਪੈਂਦਾ ਆ, ਰਾਈਟ? ਦ ਅਬਿਊਜ਼ਰ ਇਜ਼ ਦੇਅਰ. What am I supposed to... That's the hardest thing. That's the re-traumatizing of the thing. That's the hardest thing. ਪਰ ਉਹੀ ਤਾਂ ਚੀਜ਼ ਪੇਰੈਂਟਸ ਨੂੰ ਕਈ ਵਾਰੀ ਸਮਝ ਨਹੀਂ ਆਉਂਦੀ। ਜਦੋਂ ਜਿਹੜੇ ਅਸੀਂ ਕੇਸਿਸ ਡੀਲ ਕਰਦੇ ਹਾਂ, ਪੇਰੈਂਟਸ ਨੂੰ ਸਮਝ ਨਹੀਂ ਆਉਂਦੀ ਵੀ ਤੁਸੀਂ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਉਣੀ ਪੈਣੀ ਆ, ਫਾਰਮੈਲਿਟੀ ਕਰਕੇ, ਹੱਗ ਕਰਨੀ ਪੈਣੀ, ਹੱਗ ਕਰ ਲਿਓ। ਆਪਾਂ ਆਪਣੇ ਬੱਚਿਆਂ ਨੂੰ ਕਿੰਨਾ ਕਹਿੰਦੇ ਆ, ਹੱਗ ਕਰੋ ਅੰਕਲ ਨੂੰ, ਹੱਗ ਕਰੋ ਆਂਟੀ ਨੂੰ। ਨਹੀਂ ਚਾਹੁੰਦੇ, don't force them. Why are you doing? You do not know the reason they're saying no. If they're saying no, I don't want a hug, okay, that means no. Stop forcing it. ਮੈਨੂੰ ਨਾ ਇਸ ਮੁਲਕ ਪਰ ਇਹ ਚੀਜ਼ ਬਹੁਤ ਵਧੀਆ ਲੱਗਦੀ ਹੈ ਕਿ ਬੜੀ ਨਿੱਕੀ ਉਮਰ ਤੋਂ ਇੱਥੇ ਬੱਚਿਆਂ ਨੂੰ ਪਤਾ ਹੈ ਵੀ ਬੈਡ ਟੱਚ ਕੀ ਹੈ, ਗੁੱਡ ਟੱਚ ਕੀ ਹੈ। ਐਂਡ ਮੈਂ ਆਈ ਕਮੈਂਡ ਦੈਟ ਕਿ ਉਹ ਜਿਹੜੀਆਂ ਬਾਊਂਡਰੀਜ਼ ਨੇ, ਆਕਾਸ਼ ਮੈਨੂੰ ਪਤਾ ਹੁੰਦੀਆਂ। I really wish too. I wish we were able to have more
communication about these topics. ਇੱਦਾਂ ਨਾ ਹੋਵੇ ਜਦੋਂ TV ਦੇ ਉੱਤੇ ਕੋਈ kissing scene ਆ ਜਾਂਦਾ ਆ, Channel change ਕਰ ਦੋ. Yeah. Be open, talk in the family. Yeah. Be ਨਿਆਣਾ ਤੁਹਾਡੇ ਕੋਲ ਆ ਕੇ ਗੱਲ ਕਰ ਸਕੇ without judgment, without hate, without fear. That's the thing. That's what every survivor wants. Right? And slowly it's changing. I'm seeing the change. It's just going very slow. ਪ੍ਰੀਤ, ਤੁਹਾਡੇ ਉੱਤੇ ਉਹ ਜਿਹੜੇ ਲੌਂਗ ਟਰਮ ਇਫੈਕਟ ਸੀ ਇਸ ਪੂਰੇ ਐਕਸਪੀਰੀਅੰਸ ਦੇ, ਉਹ ਕਿੰਨੀ ਦੇਰ ਰਹੇ ਤੇ ਉਹ ਕਦੋਂ ਸਰਫੇਸ ਹੁੰਦੇ ਸੀ? They're still here. Like ਕਈ ਵਾਰੀ ਜਦੋਂ ਕੇਸ ਮੇਰੇ ਕੇਸ ਦੇ ਨਾਲ ਸਿਮਿਲਰ ਲੱਗਦਾ ਆ, I get affected by it. ਫਿਰ ਤਾਂ ਹੀ ਮੇਰੇ ਕੋਲ ਟੀਮ ਆ, right? How did you heal? ਤੁਸੀਂ ਮੈਨੂੰ ਪੁੱਛ ਰਹੇ ਸੀ ਕਿ have I healed? But how did you? I healed with the people that are surrounded by me. ਜਿਹੜੇ ਮੈਨੂੰ uplift ਕਰਦੇ ਆ, don't make me feel bad for sharing something like that. Support system ਮੇਰਾ ਬਹੁਤ strong ਆ, the people that I have around me. Is that family, friends, people you work with? My parents right now, my friend Bishamber Das. She's amazing. She's amazing. My husband, my close friends, really, really close circle. That's what matters. The support system, your surrounding, all of that matters. Because ਜਦੋਂ ਮੈਂ ਆਪਣੇ mental breakdown ਦੇ through ਵੀ ਜਾਂਦੀ ਸੀ, ਜਿਨ੍ਹਾਂ ਦੇ ਨਾਲ ਮੈਂ ਸੀਗੀ ਉਸ time, they were not the support that I needed. They actually made it worse for me. Trust was broken in many ways. Judgments were happening. Questions were happening. I was already scrambled. When you're scrambled, your stories don't even align. Yeah. You know, you start overthinking. Yeah. You start thinking things have happened to you that haven't even happened to you. Exactly. So at that time, that's what was happening, and I was vulnerable, so I was sharing it. But I sounded like a person that was like, something's wrong with her. Yeah. It's not the abuser, it's her. So that's how I felt at that time. Nobody thought of like, you know, be inu kuch actual problem hun hogi. Yeah. Maybe she's like all over the place for this reason, not because it hasn't happened to her. I felt like I had to prove it to other people that what happened to me was a big deal. Everyone around me, oh, it was just touching. It was just this. ਅੱਛਾ, ਕਈ ਵਾਰੀ ਉਹ ਟੱਚਿੰਗ ਵੀ ਨਹੀਂ ਹੁੰਦੀ. ਯੂ نو ਸੈਕਸ਼ੂਅਲ ਅਬਿਊਜ਼ ਤੇ ਦੋ ਤਰ੍ਹਾਂ ਦੇ ਹੁੰਦੇ ਆ. ਮੋਲੈਸਟੇਸ਼ਨ ਹੁੰਦੀ ਹੈ, ਤੁਸੀਂ ਪੈਨੇਟ੍ਰੇਸ਼ਨ ਹੁੰਦੀ ਹੈ, ਤਾਂ ਕਈ ਵਾਰੀ ਤੁਹਾਨੂੰ ਟੱਚ ਵੀ ਨਹੀਂ ਕੀਤਾ ਜਾਂਦਾ. ਤੇ ਤੁਹਾਨੂੰ ਤਸਵੀਰਾਂ ਇਹੋ ਜਿਹੀਆਂ ਹੋ ਸਕਦਾ ਇਨਅਪਰੋਪਰੀਏਟ ਦਿਖਾਈਆਂ ਜਾਂਦੀਆਂ. ਹੁਣ ਤੁਹਾਡੇ ਨਾਲ ਆਨਲਾਈਨ ਆਪਣੇ ਬੱਚੇ ਹੁਣ ਸੋਸ਼ਲ ਮੀਡੀਆ ਤੇ ਆਮ ਤੌਰ ਤੇ ਆਨਲਾਈਨ ਨੇ, ਹੋ ਸਕਦਾ ਕੋਈ ਇਹੋ ਜਿਹੀਆਂ ਚੀਜ਼ਾਂ ਉਹਨਾਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਜਿਹੜੀਆਂ ਉਹਨਾਂ ਨੂੰ ਨਹੀਂ ਦੇਖਣੀਆਂ ਚਾਹੀਦੀਆਂ, ਰਾਈਟ? Healing has its own way too, right? It is. Like when you deal with all of that kind of stuff and then you see things you're not supposed to see online, everything. Like my way of healing, I go to a lot of comedy shows. Oh, good. I do laughter yoga. I'm a very happy, laughing type of person. Yeah. So there's things that just help you throughout. Like, you know, when you're having a bad day, you know what you need to do for yourself. Of course. May that be a bath. May that be a comedy show. May that be laughter yoga. May that be connecting with your friend, someone you trust. But I've realized the people that I bond with the most are the people that have been through it themselves. Because everyone else, yes, they can be like, I'm here to support you, but they haven't experienced it. No. So they can only just assume certain things. And it's hard to put yourself in someone's shoes. ਕਿਉਂਕਿ ਇਹੋ ਜਿਹੇ ਜਿਹੜੇ ਤਜਰਬੇ ਆ ਨਾ, ਜਦੋਂ ਤੱਕ ਮੈਨੂੰ ਤਾਂ ਲੱਗਦਾ ਬਹੁਤ ਘੱਟ ਇਹੋ ਜਿਹੀਆਂ ਕੁੜੀਆਂ, ਖਾਸ ਕਰ ਇੰਡੀਅਨ ਕੁੜੀਆਂ ਹੋਣੀਆਂ ਜਿਹੜੀਆਂ ਇਹਨਾਂ ਤਜਰਬਿਆਂ ਤੋਂ ਨਹੀਂ ਲੰਘੀਆਂ. 2 out of 4 women. ਸਾਰੇ ਹੀ ਤਕਰੀਬਨ ਲੰਘੇ ਨੇ ਔਰ ਸਾਰੇ ਰਿਲੇਟ ਕਰ ਸਕਦੇ ਨੇ. ਤੁਸੀਂ ਸਿੰਘ ਮੂਵਮੈਂਟ ਵੀ ਸ਼ੁਰੂ ਕੀਤੀ, ਕਿਉਂਕਿ ਮੁੰਡਿਆਂ ਨਾਲ ਵੀ ਹੋ ਰਿਹਾ ਹੈ ਨਾ, ਤੇ ਮੁੰਡੇ ਜਿਹੜੇ ਨੇ ਉਹ ਕਿਤੇ ਨਾ ਕਿਤੇ, ਕਿਉਂਕਿ ਮੈਸਕੁਲਿਨਿਟੀ ਦੀ ਨਿਸ਼ਾਨੀ ਨਹੀਂ ਹੈ ਆਪਣੀ ਵੀਕਨੈਸ ਦਿਖਾਉਣਾ, ਵਲਨਰੇਬਿਲਿਟੀ ਦਿਖਾਉਣਾ, ਹੈ ਨਾ. ਸੋ ਮੈਨੂੰ ਤਾਂ ਐਂ ਲੱਗਦਾ ਕਿ ਮੁੰਡਿਆਂ ਵਾਸਤੇ ਹੋਰ ਵੀ ਔਖਾ ਹੈ, ਕਿਉਂਕਿ ਉਹ ਗੱਲ ਨਹੀਂ ਕਰ ਸਕਦੇ ਇਹਨਾਂ ਚੀਜ਼ਾਂ ਬਾਰੇ ਖੁੱਲ੍ਹ ਕੇ. People don't realize ਸਾਡੇ ਪੇਜ ਉੱਤੇ ਬੰਦੇ ਬਥੇਰੇ ਆਉਂਦੇ ਆ. It's just not public. We're just dealing with it behind the scenes. ਹੁਣ ਮੈਂ ਤੁਹਾਨੂੰ ਦੱਸ ਸਕਦੀ ਹਾਂ, it's kind of a trigger warning, but 2-3 weeks ago we received a video of a man talking about what he's been through, and then ਮੈਂ ਕਿਹਾ okay, ਸਾਡੀ help ਚਾਹੁੰਦਾ ਹੁਣ ਆ. I watched the video. I'm watching. At the end he shot himself with a gun and blood's everywhere, and I'm like, oh my God. So I had to rewatch it a few times to see like what's like, you know, happening and like what's going on. The wife contacted me saying this is what happened. He committed suicide. People don't realize males are the ones that commit suicide. The rate is higher. And we get cases
We got cases from a Granthi that was sexually assaulted 7 boys. I publicized that case. I exposed that Granthi on my platform, and the men that were affected by it. And boys, they go through sexual abuse. They're just told, oh, you're just deal with it. You're not supposed to talk about your emotions. You can't cry. You can't cry. You can't do this stuff. So we deal with those privately. Women are more, yes, women go through it more. I understand that. They share more. I get that. But it's not like men don't go through it. Mental health for men, what they use alcohol, drugs as a way of coping. Numbing it. I was just going to say ਕਿ ਇਹਦਾ ਕਿੰਨਾ ਖਤਰਨਾਕ ਇਫੈਕਟ ਹੈ Yeah. ਕਿ ਕਿਉਂਕਿ ਆਪਾਂ ਮੁੰਡਿਆਂ ਨੂੰ ਇਹ ਇਜਾਜ਼ਤ ਨਹੀਂ ਦਿੱਤੀ ਕਿ ਉਹ ਆਪਣੀਆਂ ਇਮੋਸ਼ਨਸ ਬਾਰੇ ਖੁੱਲ੍ਹ ਕੇ ਗੱਲ ਕਰ ਸਕਣ। ਉਸ ਦਾ ਜਿਹੜਾ ਭੁਗਤਾਨ ਹੈ ਉਹਨਾਂ ਦੇ ਪਾਰਟਨਰਸ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਕਰਨਾ ਪੈਂਦਾ ਕਿਉਂਕਿ ਫਿਰ ਮੁੰਡੇ ਜਿਹੜੇ ਨੇ ਉਹ ਸ਼ਰਾਬ ਪੀ ਰਹੇ ਨੇ। They get abusive. We get cases where men come forward and they'll be like, I just assaulted my wife. I beat her up yesterday. I feel very guilty that I did that. Please help me. I don't want to do that again. And then when we get them into counseling, because we provide free counseling for everyone that comes to us, we get them into counseling and get the help they need, and then they stop that abuse. So sometimes, like, we have abusers that are like, we're not abusers. I know I snapped, I did this, I didn't mean to, I feel guilty, but they're taking drugs, alcohol, and at that time they don't, like, we don't know what's happening. But they're asking for help too, right? ਹੁਣ ਜੇ ਤੁਸੀਂ alcohol ਦਾ ਸਹਾਰਾ ਲੈ ਰਹੇ ਹੋ, ਜੇ ਤੁਸੀਂ ਸਬਸਟੈਂਸ ਯੂਜ਼ ਕਰ ਰਹੇ ਹੋ, ਆਪਣੇ ਬੱਚਿਆਂ ਨੂੰ ਉਸ ਘਰ ਦੇ ਵਿੱਚ ਰੇਜ਼ ਕਰ ਰਹੇ ਹੋ, ਤੁਹਾਡੇ ਬੱਚੇ ਆਪਣੇ ਫਾਦਰ ਨੂੰ ਇਹ ਕਰਦਾ ਦੇਖ ਰਹੇ ਨੇ, ਤੁਹਾਡੇ ਬੱਚੇ ਤੁਹਾਨੂੰ ਆਪਣੇ ਪਾਰਟਨਰ ਨੂੰ ਮਾਰਦਾ ਦੇਖ ਰਹੇ ਨੇ, ਆਪਣੀ ਮਾਂ ਨੂੰ, ਤੇ ਉਹ ਬੱਚਾ ਅੱਗੇ ਜਾ ਕੇ ਕੀ ਕਰੇਗਾ? ਉਹਦੇ ਉੱਤੇ ਜ਼ਹਿਨੀ ਤੌਰ ਤੇ ਇਸ ਚੀਜ਼ ਦਾ ਕਿੰਨਾ ਅਸਰ ਹੋਏਗਾ? ਬਹੁਤ ਜ਼ਿਆਦਾ ਅਸਰ ਹੈ। ਇਟਸ ਬਹੁਤ ਜ਼ਿਆਦਾ ਰਿਲੀਜ਼ ਨਹੀਂ ਕਰਦੇ ਜਦੋਂ ਅਸੀਂ ਕੇਸਿਸ ਦੇ ਇਨ ਡੈਪਥ ਜਾਂਦੇ ਹਾਂ, ਹੈ ਨਾ। ਲੈਟਸ ਜਸਟ ਸੇ ਅ ਗਾਈ ਇਜ਼ ਅਬਿਊਜ਼ਿੰਗ ਹਿਜ਼ ਵਾਈਫ, ਰਾਈਟ? ਉਹਦਾ ਜਿਹੜਾ ਫਾਦਰ ਸੀਗਾ ਉਹ ਆਪਣੀ ਮਮ ਨੂੰ ਅਬਿਊਜ਼ ਕਰਦਾ ਹੁੰਦਾ ਸੀ। ਸੋ ਇਹ ਬੜੀ ਆਮ ਗੱਲ ਹੈ। ਇਟਸ probably 80+% of my cases, the father used to be an abuser of that male. So the father used to abuse his mom, so now he's doing it. It just turns into a cycle. Women think ਵੀ ਨਹੀਂ ਰਹਿਣਾ ਚਾਹੀਦਾ ਆ, divorce good ਗੱਲ ਨਹੀਂ ਗੀ, ਮੇਰੇ ਨਿਆਣਿਆਂ ਦਾ ਕੀ suffer ਹੋਊਗਾ. They suffer more if you stay in that. They suffer more if you don't deal with that. So that's the biggest thing. Don't think that just because the child is watching, they're not going to do that in the future. Right. They most likely will, especially if no help is provided. ਮਾਪਿਆਂ ਵਾਸਤੇ ਕਿਹੜੇ ਉਹ ਸਾਈਨਸ ਨੇ ਜਿਨ੍ਹਾਂ 'ਤੇ ਤੁਹਾਨੂੰ ਲੱਗਦਾ ਹੈ ਕਿ ਨਜ਼ਰ ਰੱਖਣੀ ਚਾਹੀਦੀ ਹੈ ਆਪਣੇ ਬੱਚੇ ਨੂੰ ਲੈ ਕੇ? I'm coming back to the whole child sex abuse. Yeah. ਕਿ ਤੁਹਾਨੂੰ ਇਹ ਪਤਾ ਲੱਗ ਸਕੇ ਕਿ there is something wrong. What are some of the signs you should be watching out for? They're very quiet after an event, maybe. Family function ਹੋਇਆ ਹੋਵੇ, ਉਸ ਤੋਂ ਬਾਅਦ ਚੋਂ ਦੇਖਿਓ ਵੀ like maybe they're acting a certain way. Maybe ਰਾਤ ਨੂੰ ਜ਼ਿਆਦਾ ਜਾਗਦੇ ਆ. Sometimes that's a thing. Nightmares ਹੁੰਦੇ ਆ. ਕਈ ਵਾਰੀ ਸਕੂਲ ਨਹੀਂ ਜਾਣਾ ਚਾਹੁੰਦੇ, ਥੋੜ੍ਹਾ ਜਿਹਾ ਐਂਗਜ਼ਾਇਟੀ ਵੱਧ ਜਾਂਦੀ ਆ, ਜ਼ਿਆਦਾ ਚੁੱਪ-ਚਾਪ ਰਹਿਣ ਲੱਗ ਜਾਂਦੇ ਆ, ਖਾਣਾ ਘੱਟ ਕਰਨ ਲੱਗ ਜਾਂਦੇ ਆ, ਜਾਂ ਕਈ ਵਾਰੀ ਕਹਿਣ ਲੱਗ ਜਾਂਦੇ ਆ ਹੁਣ ਮੈਂ ਇਸ ਘਰੇ ਜਾਣਾ ਨਹੀਂ ਗਾ, ਮੈਂ ਜਾਣਾ ਨਹੀਂ ਗਾ. They think it's just a teenage phase, ਪਰ ਕਈ ਵਾਰੀ that's a red flag. Right. So those things you need to know. ਕਈ ਵਾਰੀ ਦੇਖਿਆ ਕਰੋ ਵੀ they don't want to come out of their room if someone's over. Right. This is when you don't stay silent about it. This is when you question. This is where you say, is there something going on? You know you can share anything with me and I'm here for you. No matter what you have going on, I believe you. These are the words they need to hear. Right. You need to, okay, if the child's not going through anything, that's fine. Just throw a reminder there once or twice a month. Yeah. Like, you know you can come to me. Right. And the age from like 5 to like 22, 23 is very vulnerable. That's the age you have to keep saying that Right. to. Another thing I say is to the parents, don't leave them at babysitting. Relatives. Yeah. I don't care if they're 10, 15, whatever. Yeah. Don't do it. Yeah. I understand that you have work. I understand certain things. Yeah. Please don't do that. Yeah. You're leaving a child unsupervised. You think it's supervised, but you don't know who that person is. It may be your brother. It may be your sister. It may be a mama, taya. No. I'm sorry. All of the sexual abuse cases we're dealing with is a relative, is a father,
is a tai or something, right? It does happen. So know that. So it's your responsibility. And at least till the age of 18, Right. 16, maybe even, like, you know, just see and be there whenever you can. Don't leave the child. Right now, there's like a crisis happening at the gurdwaras. I'll tell you that. It's not just gurdwaras. It's places of faith in all religions and all faiths. Yeah, no, it's not just ours. Hana, Oh, like ye- priest, we have the Hindu temple we get cases from. We got Yeah. it from a Christian temple. Yeah. We've gotten cases. It's just not our community. It's everywhere. But like I'm telling, I want to focus on my community first, just because I want to strengthen our community. Of And I course. want people to start believing and going to the Gurdwara and making it a safe space, ਕਿਉਂਕਿ right? ਨਾ ਬਹੁਤ ਆਸਾਨ ਹੈ ਤੁਸੀਂ ਰਿਲੀਜਨ ਦਾ ਮਾਸਕ ਪਾ ਕੇ Yeah. Bana pake. and ਤੁਸੀਂ you ਬਾਣਾ ਪਾ ਲੈਂਦੇ ਹੋ commit sins. ਹਨਾ ਤੇ ਤੁਸੀਂ ਹੈਵਾਨ ਹੈ ਜਿਹੜਾ ਉਹ ਤਾਂ ਹੈਵਾਨੀਅਤ ਤੇ ਦਾ ਸਹਾਰਾ ਲਏਗਾ ਹੀ ਲਏਗਾ ਉਹਨੇ ਜੋ ਮਰਜ਼ੀ ਪਾਇਆ ਹੋਵੇ ਉਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਿਰਫ ਇਸ ਲਈ ਕਿ ਉਹ ਦਿਖਦਾ ਇੱਕ ਤਰ੍ਹਾਂ ਦਾ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਕੁਛ ਨਹੀਂ ਕਰੇਗਾ ਮੈਨੂੰ ਯਾਦ ਹੈ ਕਿ ਮੈਂ ਨਵੀਂ ਕੈਨੇਡਾ ਆਈ ਸੀ ਤੇ ਮੈਂ ਰਾਤ ਨੂੰ ਨਾ ਲੇਟ ਕੰਮ ਤੇ ਜਾਂਦੀ ਹੁੰਦੀ ਸੀ ਸਟੂਡੈਂਟ ਸੀ ਸੋ ਜਦੋਂ ਮਾਲ ਬੰਦ ਹੋਣਾ ਮੈਟਰੋ ਟਾਊਨ 'ਚ ਕੰਮ ਕਰਦੀ ਸੀ ਤਾਂ ਮੈਂ ਸਕਾਈ ਟ੍ਰੇਨ ਲੈਣੀ ਤੇ ਫਿਰ ਬੱਸ ਲੈ ਕੇ ਘਰੇ ਆਉਣਾ ਹੈ ਨਾ ਤੇ ਮੈਨੂੰ ਸ਼ੁਰੂ ਤੋਂ ਸਿਖਾਇਆ ਗਿਆ ਸੀ ਵੀ ਜੇ ਤੁਹਾਨੂੰ ਕੋਈ ਬਜ਼ੁਰਗ ਦਿਸਦਾ ਤਾਂ ਤੁਸੀਂ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਉਣੀ ਹੈ ਪਿਆਰ ਦੇ ਨਾਲ ਮੈਂ ਨਾਨਾ ਨਾਨੀ ਜੀ ਨਾਲ ਰਹਿੰਦੀ ਸੀ ਸੋ ਮੇਰੇ ਦਿਮਾਗ ਦੇ ਵਿੱਚ ਤਾਂ ਮੇਰੇ ਬਜ਼ੁਰਗਾਂ ਦਾ ਸਤਿਕਾਰ ਜਿਹੜਾ ਉਹ ਤੁਹਾਨੂੰ ਸਿਖਾਇਆ ਜਾਂਦਾ ਤੇ ਆਈ ਰਿਮੈਂਬਰ ਕਿ ਮੈਂ ਬੱਸ 'ਤੇ ਚੜ੍ਹੀ ਪ੍ਰੀਤ ਤੇ ਮੈਂ ਇੱਕ ਬਜ਼ੁਰਗ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਉਹ ਬਜ਼ੁਰਗ ਆ ਕੇ ਮੇਰੇ ਨਾਲ ਬਹਿ ਗਿਆ ਤੇ ਹੀ ਮੋਲੈਸਟਡ ਮੀ ਔਰ ਉਹਨੇ ਮੈਨੂੰ ਨਿਕਲਣ ਨਹੀਂ ਦਿੱਤਾ ਉੱਥੋਂ ਔਰ ਤੁਸੀਂ ਉਦੋਂ ਰੌਲਾ ਵੀ ਨਹੀਂ ਪਾ ਸਕਦੇ ਕਿਉਂਕਿ ਤੁਸੀਂ ਕੰਪਲੀਟਲੀ ਫਰੀਜ਼ ਹੋ ਜਾਂਦੇ ਹੋ ਕਿਉਂਕਿ ਤੁਹਾਨੂੰ ਸਮਝ ਨਹੀਂ ਆ ਰਿਹਾ ਹੁੰਦਾ ਕਿ ਕੀ ਹੋ ਰਿਹਾ ਜਦੋਂ ਮੈਂ ਬੱਸ ਤੋਂ ਉਤਰੀ ਤਾਂ ਮੇਰੇ ਨਾਨਾ ਜੀ ਨਿਊਟਨ ਐਕਸਚੇਂਜ 'ਤੇ ਮੇਰੀ ਵੇਟ ਕਰ ਰਹੇ ਸੀ ਰਾਤ ਦੇ 11 ਵਜੇ ਸੀ ਮੈਨੂੰ ਪਿਕ ਕਰਨ ਆਉਂਦੇ ਸੀਗੇ ਨਾਨੀ ਜੀ ਭੇਜਦੇ ਸੀ ਵੀ ਉਹ ਇਕੱਲੀ ਕੁੜੀ ਆਊਗੀ ਅਤੇ ਉਹਨੂੰ ਪਿਕ ਕਰੋ ਅਤੇ ਨਾਨਾ ਜੀ ਨੇ ਮੇਰੇ ਚਿਹਰੇ 'ਤੇ ਦੇਖ ਲਿਆ ਵੀ ਕੁਛ ਗਲਤ ਹੋਇਆ ਹੀ ਨਿਊ ਐਂਡ ਆਈ ਸਟੋਪਡ ਹਿਮ ਬਿਕੋਜ਼ ਹੀ ਵਾਜ਼ ਅਬਾਊਟ ਟੂ ਕਲਾਈਮ ਅਪ ਦ ਬੱਸ ਐਂਡ ਰਿਐਕਟ ਐਂਡ ਆਈ ਸਟੋਪਡ ਹਿਮ ਔਰ ਮੈਂ ਉਸ ਇੰਸੀਡੈਂਟ ਤੋਂ ਬਾਅਦ ਉਹ ਚੀਜ਼ ਮੇਰੇ ਜ਼ਹਿਨ ਦੇ ਵਿੱਚ ਇੰਨੀ ਜ਼ਿਆਦਾ ਬੈਠ ਗਈ ਕਿ ਮੈਂ ਆਪਣੇ ਬੱਚਿਆਂ ਨੂੰ ਅੱਜ ਤੱਕ ਨਹੀਂ ਕਿਹਾ ਕਿ ਕਦੇ ਸਟ੍ਰੇਂਜਰਸ ਜਦੋਂ ਤੁਹਾਨੂੰ ਮਿਲਦੇ ਆ ਤਾਂ ਤੁਸੀਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਓ ਕਿਉਂਕਿ ਉਹ ਜਿਹੜਾ ਡਰ ਬਹਿ ਗਿਆ ਉਸ ਤੋਂ ਬਾਅਦ it stays with you. It really does. I had the same incident in India. I had it where the Baba came up to me and was just oh bahut itthe aayi main tenu like hug karna hai and I'm there and then he molested me outside the Gurdwara. But yeah, it happens and you just trust. This crisis we're having right now in the Gurdwaras is that the kids are being dropped off and elders that are there, they just start taking care of the kids. So the parents are dropping off their kids as a babysitting center. No. And so the kids are just running around in certain Gurdwaras. That's been happening. And it's not the Gurdwara's responsibility to take care of your kids. The kids, of course. So you can't put that blame on them. And who knows, you're just leaving the child because and you going think, to work. ਤੁਹਾਨੂੰ ਇਹ ਲੱਗਦਾ ਨਾ ਕਿ ਇਹ ਸਭ ਤੋਂ ਮਹਿਫੂਜ਼ ਥਾਂ ਹੈ Yeah. ਇੱਥੇ ਸਾਡੇ ਬੱਚੇ ਨੂੰ ਕੁਛ ਨਹੀਂ ਹੋ ਸਕਦਾ ਕਿਉਂਕਿ ਸਾਡੀ ਥਾਂ ਹੈ ਹੈ ਨਾ ਤੁਸੀਂ ਉਸ ਫੀਲਿੰਗ ਨਾਲ ਆਪਣੇ ਬੱਚਿਆਂ ਨੂੰ ਉਸ ਭਰੋਸੇ 'ਤੇ ਉਸ ਥਾਂ 'ਤੇ ਛੱਡਣ ਜਾ ਰਹੇ ਹੋ That's why I say, I know people like don't like this, but I say we need security in our gurdwaras. Just we have playrooms there. There should be a security there. Absolutely. There should be cameras. There should be cameras that work, please. Like, you know, I say like kei jane gurdwara aunde hai when they're in stressful situations, depression, or they're going through domestic abuse, especially women. They go there as a safe haven to stay there. I feel like there should be free counselling provided at the gurdwaras, professional free counselling. Jitho te counselors udde ghumde hove and they see someone in distress, go up to them, are you okay? Exactly. Come into the room, let's talk. ਬਿਲਕੁਲ That's what we need. This is progress that we have to make. We can't just keep thinking we don't need this stuff. Right. We do need it. And Gurdwara people go to when they feel bad too about something that's going on in their life. So we need those services just there and present. Right? And when they're like, there was a Gurdwara, I'm not going to mention the name, they had that service. It was great. And then they just took it away and the women were just left.
You know, so that's their safe haven. Like, let's Right. keep it where we strengthen it, Yeah. where people are able to come and get professional help there too. Absolutely. And we have enough funding. I'm sorry, as a community, we're really Exactly. doing well, Yeah. and we can make this happen. We can take care of ourselves. Yeah, we can take care of each other. Yeah. Yeah, I want yeah. our circle, our community get so strong that then we can start focusing on other ones Bilkul. and say, we'll help you, we'll help you. We're so good as a community helping others. Bilkul. But how about us? Yeah. How about our own people? Can Absolutely. we please focus on that? It's a topic that we can talk about forever. Yes, seriously. But in the end, ਇੱਕ ਤਾਂ ਤੁਹਾਨੂੰ ਬਹੁਤ ਮੁਬਾਰਕਬਾਦ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਕੋਰ ਮੂਵਮੈਂਟ ਤੇ ਹੁਣ ਸਿੰਘ ਮੂਵਮੈਂਟ ਦੇ ਥਰੂ ਯੂ ਆਰ ਟ੍ਰੇਲ ਬਲੇਜ਼ਰ ਇਨ ਦੈਟ ਸੈਂਸ Thank ਐਂਡ you. ਯੂ ਆਰ ਡੂਇੰਗ ਇਨਕ੍ਰੈਡੀਬਲ ਵਰਕ ਤੁਹਾਨੂੰ ਧਮਕੀਆਂ ਆਉਂਦੀਆਂ ਨੇ ਤੁਹਾਡੇ ਬਾਰੇ ਅਫਵਾਹਾਂ ਫਲਾਈਆਂ ਜਾਂਦੀਆਂ ਨੇ ਤੁਹਾਡੇ ਬਾਰੇ ਬੜਾ ਕੁਝ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਇੱਕ ਕੁੜੀ ਇਹੋ ਜਿਹੇ ਮਿਸ਼ਨ ਤੇ ਨਿਕਲਦੀ ਹੈ ਤਾਂ ਫਿਰ ਉਹਨੂੰ ਸਭ ਕੁਝ ਹਰ ਚੀਜ਼ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ ਰਾਈਟ I didn't even know some of the rumors. And then I listen, I'm like, really? That's true about me? I don't even know this. That's okay. Yeah. Keep your head high and keep doing what you're doing. In the end, ਜੇ ਤੁਹਾਨੂੰ ਮੌਕਾ ਮਿਲੇ ਉਸ 6 ਸਾਲ ਦੀ ਪ੍ਰੀਤ ਨੂੰ ਆਪਣੀ ਗੋਦੀ ਵਿੱਚ ਲੈਣ ਦਾ ਤਾਂ ਤੁਸੀਂ ਉਹਨੂੰ ਕੀ ਕਹੋਗੇ? You're going to make it. You will survive. You're a survivor. You're strong. You're not alone. There's a lot of people that will support. If you don't get it from the family, if you don't get it from your friends, you're going to make it. It's just, this is it. And now this is my second life, like I say. And to this mission, I give my life. I want to help as many people as I can because I don't want anybody else going through what I went through. And that's why I don't want another 5-year-old Preet that was sexually assaulted. I don't want that happening. I want the chances to go less. And yeah. ਤੇ ਜੇ ਕੋਈ ਇਸ ਵੇਲੇ ਸਫ਼ਰ ਕਰ ਰਿਹਾ ਤੇ ਮਦਦ ਲੱਭ ਰਿਹਾ ਤਾਂ ਤੁਹਾਡੇ ਨਾਲ ਕਿੱਦਾਂ ਕੰਟੈਕਟ ਕਰ ਸਕਦਾ? They can email us at info@thecoremovement.com. They can DM us at The Core Movement on Instagram. We have a website, www.thecoremovement.com. All the services are free. I'm a volunteer myself. You need counseling, we can provide it. You want to go to the police station to report your abuse, we can go with you. You need to go to the hospital because something happened, we will go with you. I will send someone with you. I will come with you. You are not alone. You have all the support you need. Don't worry about finances. If you're thinking about counseling, some people hesitate because of that. Yeah. That's not an issue. We will provide that for you. You need shelter. You need to get out of the house and you're not safe. Contact us. We will get you a place. Thank you, Preet. Thank you for doing the work you're doing. Thank you for having me and giving me a voice on your platform. Thank you. Oh, thank you. Seriously.